ਤੁਸੀਂ ਪੇਸ਼ੇ ਤੋਂ ਵਕੀਲ ਹੋ ਪਰ ਇਸ ਮੋਰਚੇ ਦੇ ਨਾਲ ਆਣ ਕੇ ਖੜਨ ਦੀ ਗੱਲ ਕਰ ਰਹੇ ਹੋ। ਹੁਣ ਤੁਸੀਂ ਆਹ ਕੇਸ ਦੇਖੋ, ਜਿਵੇਂ ਬੰਦੀ ਸਿੰਘਾਂ ਦੀ ਜੇ ਅਸੀਂ ਗੱਲ ਕਰੀਏ, ਸਭ ਤੋਂ ਪਹਿਲਾਂ ਸਵਾਲ ਆਉਂਦਾ ਬੰਦੀ ਸਿੰਘ। ਜੇ ਅਸੀਂ ਇੱਕ ਇੱਕ ਲਫ਼ਜ਼ ਨੂੰ ਤੋੜ ਕੇ ਜਾਣਨ ਦੀ ਕੋਸ਼ਿਸ਼ ਕਰੀਏ, ਇਹ ਕੋਈ ਪੈਟੀ ਕ੍ਰਿਮੀਨਲਸ ਨਹੀਂ ਹੈਗੇ, ਕੋਈ ਚੋਰੀ ਚਕਾਰੀ ਦਾ ਮਾਮਲਾ, ਕੋਈ ਹੋਰ ਇਸ ਤਰੀਕੇ ਦਾ ਮਾਮਲਾ ਦਰਜ ਨਹੀਂ ਹੈ ਨਾ। ਜਦੋਂ ਪੂਰੇ ਦੇ ਪੂਰਾ ਜਿਹੜਾ ਸਵਾਲ ਆ ਹੋਂਦ ਦੇ ਉੱਤੇ ਆ ਗਿਆ, ਤਾਂ ਕੁਝ ਨੌਜਵਾਨਾਂ ਨੇ ਜਦੋਂ ਕੋਈ ਹੋਰ ਰਾਹ ਨਹੀਂ ਬਚਿਆ, ਇਹ ਰਾਹ ਚੁਣੇ। ਇਹਦੀ ਮਾਂ ਦੀ ਕੁੱਖ ਚੋਂ ਇਦਾਂ ਪੈਦਾ ਹੋ ਕੇ ਨਹੀਂ ਮਾਮਲੇ ਦੇ ਵਿੱਚ ਵੀ ਜਦੋਂ ਅਸੀਂ ਖਾਸ ਕਰਕੇ ਇਹਨਾਂ ਦੀ ਗੱਲ ਕਰਦੇ ਹਾਂ ਤਾਂ ਜਦੋਂ ਅਦਾਲਤਾਂ ਸਜ਼ਾ ਦੇ ਦਿੰਦੀਆਂ, ਸਜ਼ਾ ਪੂਰੀ ਹੋ ਜਾਂਦੀ ਤਾਂ ਜਿਹੜਾ ਵੀ ਮੁਲਜ਼ਮ ਹੁੰਦਾ ਉਹਨੂੰ ਛੱਡਣਾ ਇਹ ਕਾਨੂੰਨ ਕਹਿੰਦਾ ਹੈਗਾ। ਪਰ ਉਸ ਤੋਂ ਬਾਅਦ ਵੀ ਜੇ ਨਹੀਂ ਛੱਡਿਆ ਜਾਂਦਾ ਤਾਂ ਸਿੱਧੇ ਪਿੱਛੇ ਸਿਆਸੀ ਕਾਰਨ ਹੁੰਦੇ ਤਾਂ ਮੰਨ ਲਈਏ ਕਿ ਹੁਣ ਸਾਰੀ ਖੇਡ ਸਿਆਸੀ ਹੈਗੀ ਹੈ। ਇਸੇ ਕਰਕੇ ਇਹ ਲੋਕ ਜਿਹੜੇ ਨੇ ਹੱਲੇ ਵੀ ਜੇਲ੍ਹਾਂ 'ਚ ਬੰਦ ਨੇ। ਆਰਟੀਕਲ 72 ਇੰਡੀਅਨ ਕਨਸਟੀਟਿਊਸ਼ਨ ਦਾ ਕਹਿੰਦਾ ਕਿ ਪ੍ਰੈਜ਼ੀਡੈਂਟ ਦੇ ਕੋਲ ਪਾਰਡਨਿੰਗ ਪਾਵਰਸ ਸੋ ਅਸਲ ਪਾਵਰ ਕਿਹਦੇ ਹੱਥ 'ਚ ਰਹੇਗੀ? ਪ੍ਰਾਈਮ ਮਿਨਿਸਟਰ ਦੇ, ਕਿਉਂਕਿ ਜਿਹੜਾ ਲੀਡਰ ਆਫ ਲੋਕ ਸਭਾ ਹੈ। ਤੁਸੀਂ ਇੱਕ ਚੀਜ਼ ਦੇਖ ਸਕਦੇ ਹੋ ਬਹੁਤ ਗੌਰ ਦੇ ਨਾਲ ਕਿ ਉਸ ਕੇਸ ਦੇ ਵਿੱਚ ਵੀ ਤਾਂ ਮਾਫੀ ਆਈ ਹੈ, ਪ੍ਰੈਜ਼ੀਡੈਂਟ ਨੇ ਐਕਸ਼ਨ ਲਿਆ। ਮੈਨੂੰ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਬੜਾ ਆਮ ਬਣਾ ਦਿੱਤਾ ਗਿਆ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਇਸ ਵਕਤ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਮੌਜੂਦ ਹਾਂ। ਵੱਖ-ਵੱਖ ਲੋਕ ਇਸ ਮੋਰਚੇ ਦੇ ਵਿੱਚ ਆਣ ਕੇ ਇਸ ਮੋਰਚੇ ਦਾ ਸਮਰਥਨ ਕਰ ਰਹੇ ਨੇ, ਪਰ ਨਾਲ ਦੀ ਨਾਲ ਜਿਹੜਾ ਕਾਜ਼ ਹੈਗਾ, ਜਿਹੜਾ ਕਾਰਨ ਹੈਗਾ ਕਿਉਂ ਸਮਰਥਨ ਕੀਤਾ ਜਾ ਰਿਹਾ, ਤਾਂ ਸਿੱਧੇ ਤੌਰ ਤੇ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਹੈ। ਸਾਡੇ ਨਾਲ ਅੱਜ ਐਡਵੋਕੇਟ ਸਾਹਿਬ ਨੇ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਹੈ, ਸਮਝਣਾ ਹੈਗਾ ਕਿ ਇੱਥੇ ਆਉਣ ਦਾ ਮਕਸਦ ਕੀ ਹੈਗਾ, ਕਿਸ ਤਰੀਕੇ ਨਾਲ ਵੱਖ-ਵੱਖ ਸਮੇਂ ਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ, ਹਿਊਮੈਨਿਟੇਰੀਅਨ ਕਾਜ਼ ਜਿਹੜੇ ਨੇ ਉਹਨਾਂ ਦੀ ਗੱਲ ਕਰਦੇ ਨੇ, ਤੇ ਅੱਜ ਇਸ ਮੋਰਚੇ ਦੇ ਵਿੱਚ ਆਣ ਕੇ ਇਸ ਮੋਰਚੇ ਦੇ ਨਾਲ ਖੜਨ ਦੀ ਗੱਲ ਜਿਹੜੀ ਕੀਤੀ ਜਾ ਰਹੀ ਹੈ ਉਹ ਕਿਉਂ ਕੀਤੀ ਜਾ ਰਹੀ ਹੈ। ਗੁਰਮੋਹਨਪ੍ਰੀਤ ਸਿੰਘ ਸਾਡੇ ਨਾਲ ਨੇ, ਗੱਲਬਾਤ ਕਰਾਂਗੇ, ਸਮਝਾਂਗੇ ਕਿ ਆਖਿਰਕਾਰ ਇਦਾਂ ਦੇ ਹਾਲਾਤ ਕਿਉਂ ਬਣੇ ਹੋਏ ਨੇ ਇੱਥੇ। ਗੁਰਮੋਹਨ ਜੀ, ਜਦੋਂ ਅਸੀਂ ਇਸ ਮੋਰਚੇ ਦੀ ਗੱਲ ਕਰੀਏ, ਤੁਸੀਂ ਪੇਸ਼ੇ ਤੋਂ ਵਕੀਲ ਹੋ ਪਰ ਇਸ ਮੋਰਚੇ ਦੇ ਨਾਲ ਆਣ ਕੇ ਖੜਨ ਦੀ ਗੱਲ ਕਰ ਰਹੇ ਹੋ। ਇਸ ਮੋਰਚੇ ਦੇ ਵਿੱਚ ਆਣ ਕੇ ਜਿਹੜੇ ਕਾਰਨ ਦੱਸੇ ਜਾਂਦੇ, ਜਿਹੜੀਆਂ ਮੰਗਾਂ ਕੀਤੀਆਂ ਅੱਗੇ ਰੱਖੀਆਂ ਜਾ ਰਹੀਆਂ ਨੇ, ਉਹਨਾਂ ਦੀ ਪੁਸ਼ਤ ਪਨਾਹੀ ਕਹਿ ਲਈਏ ਅਸੀਂ, ਜਾਂ ਉਹਦੇ ਹੱਕ ਦੇ ਖੜਨ ਦੀ ਗੱਲ ਕਰਦੇ ਹੋ, ਕੀ ਕਾਰਨ ਲੱਗਦੇ ਨੇ ਵੀ ਇਹ ਮੰਗਾਂ ਕਿਉਂ ਵਾਜਬ ਲੱਗਦੀਆਂ ਤੁਹਾਨੂੰ? ਤੁਸੀਂ ਦੇਖੋ ਜੀ, ਜਿਵੇਂ ਤੁਸੀਂ ਗੱਲ ਕੀਤੀ ਕਿ ਪੇਸ਼ੇ ਵਜੋਂ ਮਨੁੱਖੀ ਅਧਿਕਾਰ, ਤੇ ਇਹੀ ਮੇਰਾ ਕਿਰਤਾ। ਹੁਣ ਕੁਛ ਇਹਦੇ ਵਿੱਚ ਅਸੀਂ ਇੱਕ ਵਰਡ ਵਰਤਦੇ ਹਾਂ ਹਿਊਮੈਨਿਟੇਰੀਅਨ, ਉਹ ਅਸੀਂ ਕ੍ਰਾਈਸਿਸ 'ਚ ਵੀ ਵਰਤ ਦਿੰਦੇ ਹਾਂ, ਏਡ ਦੇ ਵਿੱਚ ਵੀ ਵਰਤ ਦਿੰਦੇ ਹਾਂ, ਅਤੇ ਕੌਜ਼ ਦੇ ਵਿੱਚ ਵੀ ਵਰਤ ਦਿੰਦੇ ਹਾਂ। ਉਹ ਪਹਿਲਾ ਬਿੰਬ ਜਿਹੜਾ ਸ਼ਬਦਾਵਲੀ ਐਟੀਮੋਲੋਜੀ ਆ ਜਿਹੜੀ, ਉਹ ਹਿਊਮੈਨਿਟੇਰੀਅਨ ਆ। ਹੁਣ ਤੁਸੀਂ ਆਹ ਕੇਸ ਦੇਖੋ, ਜਿਵੇਂ ਬੰਦੀ ਸਿੰਘਾਂ ਦੀ ਜੇ ਅਸੀਂ ਗੱਲ ਕਰੀਏ, ਸਭ ਤੋਂ ਪਹਿਲਾਂ ਸਵਾਲ ਆਉਂਦਾ ਬੰਦੀ ਸਿੰਘ। ਜੇ ਅਸੀਂ ਇੱਕ ਇੱਕ ਲਫ਼ਜ਼ ਨੂੰ ਤੋੜ ਕੇ ਜਾਣਨ ਦੀ ਕੋਸ਼ਿਸ਼ ਕਰੀਏ, ਤੇ ਇਹ ਕੋਈ ਪੈਟੀ ਕ੍ਰਿਮੀਨਲਸ ਨਹੀਂ ਹੈਗੇ, ਕੋਈ ਚੋਰੀ ਚਕਾਰੀ ਦਾ ਮਾਮਲਾ, ਕੋਈ ਹੋਰ ਇਸ ਤਰੀਕੇ ਦਾ ਮਾਮਲਾ ਦਰਜ ਨਹੀਂ ਹੈ ਇਹਨਾਂ 'ਤੇ। ਜੇ ਅਸੀਂ ਸਿਸਟਮ ਵੱਲੋਂ ਦੇਖਿਆ ਜਾਵੇ, ਇੱਕ ਮੈਟੀਕੂਲਸ ਵੇ ਦੇ ਨਾਲ ਮਾਈਨੋਰਿਟੀਜ਼ ਨੂੰ ਵੱਖਵਾਦ ਦੇ ਵਿੱਚ ਪਰਸੀਕਿਊਟ ਕਰਕੇ ਜਦੋਂ ਕੋਈ ਹਾਲਾਤ ਹੀ ਨਹੀਂ ਛੱਡ ਦਿੱਤੇ ਗਏ, ਜਦੋਂ ਪੂਰੇ ਦੇ ਪੂਰਾ ਜਿਹੜਾ ਸਵਾਲ ਆ ਹੋਂਦ ਦੇ ਉੱਤੇ ਆ ਗਿਆ, ਤਾਂ ਕੁਝ ਨੌਜਵਾਨਾਂ ਨੇ ਜਦੋਂ ਕੋਈ ਹੋਰ ਰਾਹ ਨਹੀਂ ਬਚਿਆ, ਇਹ ਰਾਹ ਚੁਣੇ। ਇਹਦੀ ਮਾਂ ਦੀ ਕੁੱਖ ਚੋਂ ਇਦਾਂ ਪੈਦਾ ਹੋ ਕੇ ਨਹੀਂ ਆਏ। ਹੁਣ ਇੱਥੇ ਗੱਲ ਕੀ ਹੈ, ਇਸ ਮਸਲੇ ਦੇ ਉੱਤੇ ਉਹਨਾਂ ਦੇ ਪ੍ਰੋਪਰ ਟਰਾਇਲ ਹੋ ਚੁੱਕੇ ਨੇ, ਦੇ ਹੈਵ ਮੈਟ ਇਟ ਵਿਦ ਲਾਅ। ਉਸ ਦੇ ਬਾਵਜੂਦ ਜਦੋਂ ਸਜ਼ਾਵਾਂ ਪੂਰੀਆਂ ਵੀ ਹੋ ਚੁੱਕੀਆਂ, ਉਹ ਹਾਲੇ ਤੱਕ ਜੇਲ੍ਹਾਂ ਦੇ ਵਿੱਚ ਨੇ। ਅਤੇ ਇਹਦੇ ਵਿੱਚ ਵੀ ਬਹੁਤ ਇਹੋ ਜਿਹੇ ਪੁਆਇੰਟਸ ਨੇ, ਕੁਝ ਕੇਸਿਸ ਦੇ ਵਿੱਚ ਤੁਸੀਂ ਹੈਰਾਨ ਰਹਿ ਜਾਓਗੇ ਕਿ ਹਾਲੇ ਤੱਕ ਚਲਾਨ ਤੱਕ ਨਹੀਂ ਪੇਸ਼ ਹੋਏ, ਬਹੁਤੇ ਕੇਸਿਸ ਦੇ ਵਿੱਚ। ਅਤੇ ਹੁਣ ਜੇ ਅਸੀਂ ਇੱਕ ਨੋਰਮਲ ਐਨਾਲੋਜੀ ਲੈ ਕੇ ਚੱਲੀਏ, 1947 ਦੇ ਵਿੱਚ ਜਦੋਂ ਭਾਰਤ ਬਣਦਾ, ਅਤੇ ਸਭ ਤੋਂ ਵੱਡਾ ਚੈਲੰਜ ਜਿਹੜਾ ਸਾਰੀ ਦੁਨੀਆ ਦੇਖਦੀ ਆ ਭਾਰਤ ਦੇ ਲਈ ਕੀ ਹੈ, ਕਿ ਇੱਥੇ ਰੰਗ ਬਿਰੰਗੇ ਲੋਕ ਬਹੁਤ ਨੇ। ਰੰਗ ਬਿਰੰਗੇ ਨੂੰ ਅਸੀਂ ਸੌਖੀ ਭਾਸ਼ਾ 'ਚ ਕਰ ਦਈਏ, ਮਾਈਨੋਰਿਟੀਜ਼ ਬਹੁਤ ਨੇ। ਮਾਈਨੋਰਿਟੀਜ਼ ਦੋ ਤਰ੍ਹਾਂ ਦੀਆਂ ਨੇ, ਇੱਕ ਲਿੰਗੁਇਸਟ ਮਾਈਨੋਰਿਟੀ ਆ, ਇੱਕ ਰਿਲੀਜੀਅਸ ਮਾਈਨੋਰਿਟੀ ਆ। ਅਤੇ ਇੱਥੇ ਦੋਨਾਂ ਦੀ ਹੋਈ ਹੋਂਦ ਨੂੰ ਖਤਰਾ, ਪੰਜਾਬੀਅਤ ਨੂੰ ਵੀ ਖਤਰਾ, ਅਤੇ ਇੱਕ ਸਿੱਖ ਧਰਮ ਨੂੰ ਵੀ ਖਤਰਾ, ਜਦੋਂ ਉਹਦੀ ਹੋਂਦ ਮਿਟਾਈ ਗਈ। ਕਿਉਂਕਿ 1947 ਦੇ ਵਿੱਚ ਅਸੀਂ ਵੱਖਰਾ ਦੇਸ਼ ਨਹੀਂ ਲਿਆ, ਕਿਉਂਕਿ ਸਾਡੇ ਨਾਲ ਕੁਝ ਵਾਅਦੇ ਕੀਤੇ ਸੀ। ਗੱਲ ਉੱਥੋਂ ਸ਼ੁਰੂ ਹੁੰਦੀ ਹੈ। ਉਹ ਸਟਾਰਟਿੰਗ ਦੇ ਵਿੱਚ ਹੀ ਜਰਾਇਮ ਪੇਸ਼ਾ ਕੌਮ ਗਰਦਾਨ ਦੇਣਾ। ਜੇ ਤੁਸੀਂ ਅੱਜ ਦੀ ਡੇਟ ਦੇ ਵਿੱਚ ਵੀ ਕਾਲੇ ਪਾਣੀ ਦੀਆਂ ਸਜ਼ਾਵਾਂ ਭੁਗਤਣ ਵਾਲੇ ਦੇਖ ਲਓ, ਸ਼ਹੀਦ ਹੋਣ ਵਾਲੇ ਦੇਖ ਲਓ, ਸਭ ਤੋਂ ਜ਼ਿਆਦਾ ਗਿਣਤੀ ਪੰਜਾਬ ਦੀ। ਅਤੇ ਇੱਥੇ ਗਲ ਦੇ ਵਿੱਚ ਤਾਂ ਕੈਂਠੇ ਮਿਲਣੇ ਚਾਹੀਦੇ ਸੀ, ਤਖੱਲਸ ਮਿਲਣੇ ਚਾਹੀਦੇ ਸੀ, ਅਤੇ ਟਾਈਟਲ ਕੀ ਮਿਲਦਾ? ਜਰਾਇਮ ਪੇਸ਼ਾ ਕੌਮ। ਉਸ ਤੋਂ ਬਾਅਦ ਤੁਸੀਂ ਅੱਗੇ ਆ ਕੇ ਵੱਧ ਕੇ ਦੇਖੋ,
1984 ਦੇ ਵਿੱਚ ਜੋ ਮਾਹੌਲ ਆ, ਨਸਲਕੁਸ਼ੀ ਕੀਤੀ ਗਈ, ਉਸ ਕੇਸ ਦੇ ਵਿੱਚ ਅਸੀਂ ਅੱਜ ਤੱਕ ਲੀਹ ਦੇ ਵਿੱਚ ਖੜੇ ਆ, ਇਨਸਾਫ ਨਹੀਂ ਮਿਲਿਆ, ਹਾਲੇ ਤੱਕ ਪੈਂਡਿੰਗ ਹੈ ਇਨਸਾਫ, ਤੇ ਉੱਥੇ ਅਸੀਂ ਧੱਕੇ ਖਾ ਰਹੇ ਆ। ਫਿਰ 1985 ਦੇ ਵਿੱਚ ਟਾਡਾ ਲਾ ਲਿਆਉਂਦਾ ਗਿਆ, ਜਿਹਦੇ ਕੁਝ ਕਲੌਜ਼ਸ ਨੇ, ਮੈਂ ਬਹੁਤਾ ਲਾਅ ਤੇ ਨਹੀਂ, ਬੇਸ਼ੱਕ ਮੇਰਾ ਪੇਸ਼ਾ ਵਕਾਲਤ ਹੈ, ਪਰ ਮੈਂ ਅੱਜ ਇਨਸਾਨੀਅਤ ਤੇ ਗੱਲ ਕਰੂੰਗਾ, ਕਿਉਂਕਿ ਇਹ ਜਿਹੜੇ ਕੇਸਿਸ ਨੇ, ਮੈਂ ਤੁਹਾਨੂੰ ਅੱਗੇ ਡਿਟੇਲ ਹੁਣ ਦੱਸ ਦਿੰਦਾ, ਇਹ ਇਕੱਲੇ ਅਦਾਲਤਾਂ ਤੱਕ ਸੀਮਤ ਨਹੀਂ ਰਹਿ ਗਏ, ਇਹਨਾਂ ਦੇ ਪਿੱਛੇ ਇੱਕ ਪੋਲੀਟੀਕਲ ਰੈਸ਼ਨੇਲ ਆ। ਇਹ ਸਾਰੀ ਦੀਆਂ ਸਾਰੀਆਂ ਚੀਜ਼ਾਂ ਐਟ ਦਾ ਐਂਡ ਜਿਹੜੀਆਂ ਨੇ ਉਹ ਸਰਕਾਰਾਂ ਦੇ ਹੱਥ ਦੇ ਵਿੱਚ ਆ ਕੇ ਖਤਮ ਹੁੰਦੀਆਂ। ਕਿਉਂਕਿ ਤੁਸੀਂ ਜਿਵੇਂ ਜ਼ਿਕਰ ਕੀਤਾ, ਮੈਂ ਵੀ ਇੱਕ ਜੱਜ ਸਾਹਿਬਾਨ ਨਾਲ ਬੈਠਾ ਸੀਗਾ, ਰਿਟਾਇਰਡ ਜੱਜ ਨੇ, ਉਹਨਾਂ ਨੇ ਵੀ ਇੱਕ ਜ਼ਿਕਰ ਕੀਤਾ, ਕਹਿੰਦੇ ਕਿ ਇਹਨਾਂ ਮਾਮਲਿਆਂ ਦੇ ਵਿੱਚ ਵੀ ਜਦੋਂ ਅਸੀਂ ਖਾਸ ਕਰਕੇ ਇਹਨਾਂ ਦੀ ਗੱਲ ਕਰਦੇ ਹਾਂ, ਤਾਂ ਜਦੋਂ ਅਦਾਲਤਾਂ ਸਜ਼ਾ ਦੇ ਦਿੰਦੀਆਂ, ਸਜ਼ਾ ਪੂਰੀ ਹੋ ਜਾਂਦੀ, ਤਾਂ ਜਿਹੜਾ ਵੀ ਮੁਲਜ਼ਮ ਹੁੰਦਾ ਉਹਨੂੰ ਛੱਡਣਾ ਇਹ ਕਾਨੂੰਨ ਕਹਿੰਦਾ ਹੈਗਾ, ਪਰ ਉਸ ਤੋਂ ਬਾਅਦ ਵੀ ਜੇ ਨਹੀਂ ਛੱਡਿਆ ਜਾਂਦਾ ਤਾਂ ਸਿੱਧੇ ਪਿੱਛੇ ਸਿਆਸੀ ਕਾਰਨ ਹੁੰਦੇ ਨੇ। ਤਾਂ ਮੰਨ ਲਈਏ ਕਿ ਹੁਣ ਸਾਰੀ ਖੇਡ ਸਿਆਸੀ ਹੈਗੀ ਹੈ, ਇਸੇ ਕਰਕੇ ਇਹ ਲੋਕ ਜਿਹੜੇ ਨੇ ਹੱਲੇ ਵੀ ਜੇਲ੍ਹਾਂ 'ਚ ਬੰਦ ਨੇ। ਤੁਸੀਂ ਦੇਖੋ, ਮੈਂ ਤੁਹਾਨੂੰ ਕਾਨੂੰਨ ਦੇ ਨਾਲ ਹੀ ਗੱਲ ਕਰੂੰਗਾ। ਆਰਟੀਕਲ 72 ਇੰਡੀਅਨ ਕਨਸਟੀਟਿਊਸ਼ਨ ਦਾ ਕਹਿੰਦਾ ਕਿ ਪ੍ਰੈਜ਼ੀਡੈਂਟ ਦੇ ਕੋਲ ਪਾਰਡਨਿੰਗ ਪਾਵਰਸ ਨੇ, ਐਂਡ ਪ੍ਰੈਜ਼ੀਡੈਂਟ ਕਿਵੇਂ ਐਕਸ਼ਨ ਲੈਂਦਾ ਉਹ ਵੀ ਕਨਸਟੀਟਿਊਸ਼ਨ ਡਿਫਾਈਨ ਕਰਦਾ ਕਿ ਪ੍ਰੈਜ਼ੀਡੈਂਟ ਹੈਵ ਟੂ ਐਕਟ ਅਪਨ ਦਾ ਐਡਵਾਈਸ ਟੈਂਡਰਡ ਅਪਨ ਹਿਮ ਬਾਈ PM ਐਂਡ ਕਾਉਂਸਿਲ ਆਫ ਮਿਨਿਸਟਰਸ, ਐਂਡ ਦਿਸ ਐਡਵਾਈਸ ਇਜ਼ ਬਾਈਂਡਿੰਗ ਔਨ ਪ੍ਰੈਜ਼ੀਡੈਂਟ। ਸੋ ਅਸਲ ਪਾਵਰ ਕਿਹਦੇ ਹੱਥ 'ਚ ਰਹੇਗੀ? ਪ੍ਰਾਈਮ ਮਿਨਿਸਟਰ ਦੇ, ਕਿਉਂਕਿ ਜਿਹੜਾ ਲੀਡਰ ਆਫ ਲੋਕ ਸਭਾ ਆ, ਲੀਡਰ ਆਫ ਦਾ ਹਾਊਸ ਹੈ ਨਾ ਇਸ ਵੇਲੇ, ਜਿਹੜਾ ਮੈਜੋਰਿਟੀ ਦੇ ਨਾਲ ਪਾਵਰ 'ਚ ਆਇਆ। ਹੁਣ ਜਾਂ ਤਾਂ ਕਹੀਏ ਕਿ ਇਹ ਚੀਜ਼ ਵਰਤੀ ਨਹੀਂ ਗਈ, ਇਹ ਚੀਜ਼ ਵਰਤੀ ਗਈ ਹੈ। ਤੁਸੀਂ ਰਾਜੀਵ ਗਾਂਧੀ ਦਾ ਕੇਸ ਦੇਖ ਸਕਦੇ ਹੋ, ਉਹਦੇ ਵਿੱਚ ਵੀ ਸੈਪਰੇਟਿਜ਼ਮ ਸੀਗਾ, ਉਹ ਸੈਪਰੇਟ ਤਮਿਲਲੈਂਡ ਦੀ ਗੱਲ ਕਰਦੇ ਸੀਗੇ, LTTE ਜਿਹੜੀ ਇੱਕ ਸੈਪਰੇਟ ਤਮਿਲਲੈਂਡ ਦੀ ਗੱਲ ਕਰਦੇ ਆ, ਵੇਣੂ ਪਿੱਲੇ ਪ੍ਰਭਾਕਰਨ, ਉਹਦੇ ਫਰੰਟ ਨਾਲ ਜੁੜੇ ਬੰਦਿਆਂ ਨੇ ਰਾਜੀਵ ਗਾਂਧੀ ਦਾ ਅਸੈਸੀਨੇਸ਼ਨ ਅਟੈਂਪਟ ਕੀਤਾ। ਹੁਣ ਇਸ ਪਾਸੇ ਤੁਸੀਂ ਇੱਕ ਚੀਜ਼ ਦੇਖ ਸਕਦੇ ਹੋ ਬਹੁਤ ਗੌਰ ਦੇ ਨਾਲ ਕਿ ਉਸ ਕੇਸ ਦੇ ਵਿੱਚ ਵੀ ਤਾਂ ਮਾਫੀ ਆਈ ਹੈ, ਪ੍ਰੈਜ਼ੀਡੈਂਟ ਨੇ ਐਕਸ਼ਨ ਲਿਆ, ਤੇ ਇਸ ਕੇਸ ਦੇ ਵਿੱਚ ਕਿਉਂ ਨਹੀਂ ਹੋ ਸਕਦਾ ਉਹ ਸਾਰਾ ਕੁਝ? ਰੂਲ ਆਫ ਲਾਅ ਹੈ ਕਨਸਟੀਟਿਊਸ਼ਨ ਦਾ ਆਰਟੀਕਲ 14, ਠੀਕ ਹੈ ਜੀ, ਰਾਈਟ ਟੂ ਲਾਈਫ ਹੈ ਕਨਸਟੀਟਿਊਸ਼ਨ ਦਾ ਆਰਟੀਕਲ 21, ਪਰ ਜਦੋਂ ਆਹ ਚੀਜ਼ਾਂ ਆ ਜਾਂਦੀਆਂ, ਇੱਕ ਪਾਸੇ ਤਾਂ ਸਾਡਾ 1984 ਦਾ ਜਿਹੜਾ ਵਿਸ਼ਵ ਦੁਖਾਂਤ ਆ ਉਹ ਪੈਂਡਿੰਗ ਆ, ਦੂਜੇ ਪਾਸੇ ਜੇ ਇਸ ਪਾਸੇ ਉੱਥੇ ਕੋਈ ਇਨਸਾਫ ਨਹੀਂ ਮਿਲਿਆ, ਉਹ ਤੋਂ ਬਾਅਦ ਕਤਲੋ ਗਾਰਤ ਖਤਮ ਨਹੀਂ ਹੋਈ, ਸਾਡੇ ਕੋਲ ਭਾਈ ਜਸਵੰਤ ਸਿੰਘ ਖਾਲੜਾ ਵਰਗੇ ਕਿੰਨੇ ਡਾਕੂਮੈਂਟਸ ਮੌਜੂਦ ਨੇ, ਉਹ ਵੀ ਸਾਰਾ ਕੁਝ ਕਰਦੇ ਕਰਦੇ ਸ਼ਾਇਦ ਡਾਕੂਮੈਂਟ ਹੀ ਬਣ ਕੇ ਰਹਿ ਗਏ। ਇਹ ਬੜੀ ਸਮਝਣ ਵਾਲੀ ਗੱਲ ਹੈ। ਇੱਥੇ ਜਿਹੜੇ ਹਾਲਾਤ ਪੈਦਾ ਹੋਏ ਨੇ ਮੌਕੇ ਦੀਆਂ ਸਰਕਾਰਾਂ, ਜੇ ਤੁਸੀਂ ਤਾਮਿਲਨਾਡੂ ਵਾਲੇ ਕੇਸ ਦੀ ਗੱਲ ਕਰਦੇ ਤਾਂ ਸਰਕਾਰ ਵੀ ਐਕਟ ਕਰਦੀ ਹੈ, ਉੱਥੇ ਸਰਕਾਰ ਵੀ ਲਿਖ ਕੇ ਭੇਜਦੀ ਹੈ, ਸਰਕਾਰ ਆਪਣੇ ਵੱਲੋਂ ਅਪੀਲ ਕਰਦੀ ਹੈ, ਦਲੀਲ ਕਰਦੀ ਹੈ, ਫਿਰ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਪੰਜਾਬ ਦੀ ਸਰਕਾਰ ਦੇ ਹੱਥ ਵੀ ਪਾਵਰ ਹੈ, ਇਸੇ ਕਰਕੇ ਮੋਰਚਾ ਰੋਜ਼ 31 ਮੈਂਬਰ ਉੱਧਰ ਭੇਜਦਾ ਹੈਗਾ ਕਿ ਪੰਜਾਬ ਸਰਕਾਰ ਤਾਂ ਪਹਿਲਾਂ ਸੁਣੇ, ਬਾਅਦ ਚੋਂ ਅਸੀਂ ਕੇਂਦਰ ਸਰਕਾਰ ਨਾਲ ਵੀ ਨਜਿੱਠ। ਬੇਸ਼ੱਕ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਵੀ ਪਾਵਰ ਹੈਗੀ ਆ, ਸਾਰਾ ਕੁਛ ਹੈ, ਪਰ ਹੁਣ ਬਹੁਤ ਜਿਹੜੀ ਸਿੱਧੀ ਜੀ ਗੱਲ ਹੈ, ਮੈਂ ਤੁਹਾਨੂੰ ਦੱਸ ਦੇਣਾ, ਇੱਥੇ ਬਾਹਰ ਪੁਲਿਸ ਡਿਪਲੋਏ ਹੋਈ ਹੈ, ਇਹ ਇੱਕ ਆਮ ਜੀ ਗੱਲ ਹੈ, ਇਹਦੇ ਵਿੱਚ ਕੋਈ ਇਹ ਨਹੀਂ, ਕੋਈ ਅੱਤ ਕੱਥ ਨਹੀਂ ਆ, ਨਾ ਕੋਈ ਵਧਾ ਚੜਾ ਕੇ ਆ। ਤੁਸੀਂ ਜਾ ਕੇ ਦੇਖੋ ਲੰਗਰ ਕਿੱਥੋਂ ਛਕ ਰਹੀ ਆ ਫੋਰਸਿਸ। ਫੂਡ ਕਲੋਥ ਐਂਡ ਸ਼ੈਲਟਰ ਕਿਹਦੀ ਰਿਸਪੌਂਸਿਬਿਲਟੀ ਆ? ਸਟੇਟ ਦੀ। ਉਹ ਤਾਂ ਜਿਹੜੇ ਇੱਥੇ ਬੈਠੇ ਲੋਕ ਜਿਹੜੇ ਟੈਕਸ ਪੇ ਕਰ ਰਹੇ ਆ ਉਹਨਾਂ ਦੇ ਉਹ 'ਚੋਂ ਚੱਲ ਰਿਹਾ। ਅਸੀਂ ਕਾਨੂੰਨ ਤਾਂ ਬਹੁਤ ਵੱਡੀ ਚੀਜ਼ ਆ ਗਈ ਨਾ, ਉਸ ਤੋਂ ਪਹਿਲਾਂ ਜਦੋਂ ਬੰਦਾ ਜੰਗਲੀ ਹੁੰਦਾ ਸੀਗਾ, ਜਦੋਂ ਕਾਨੂੰਨ ਬਣਿਆ ਸੀ, ਮੈਂ ਤੁਹਾਨੂੰ 3 ਪ੍ਰਿੰਸੀਪਲਸ ਦੀ ਗੱਲ ਕਰਦਾ ਜਿੱਥੋਂ ਕਾਨੂੰਨ ਬਣਿਆ, ਜਿਹਨੂੰ ਪਿਲਰਸ ਕਹਿੰਦੇ ਆ, ਉਹ ਹੈਗੇ ਇਕੁਇਟੀ, ਜਸਟਿਸ ਤੇ ਗੁੱਡ ਕੰਸਾਇੰਸ। ਗੁੱਡ ਕੰਸਾਇੰਸ ਕੀ ਹੈ? ਨੇਕ ਨੀਤੀ। ਹੁਣ ਆਹ ਬੰਦਿਆਂ ਦੀ ਵਾਰ, ਉਹ ਨੇਕ ਨੀਅਤ ਕਿਤੇ ਨਾ ਕਿਤੇ ਜਿਹੜੀ ਹੈ ਉਹ ਗੁੰਮਸ਼ੁਦਾ ਆ, ਜਾਂ ਉਹ ਜੰਮੀ ਨਹੀਂ ਹਾਲੇ ਤੱਕ, ਜਾਂ ਜਿਹੜੇ ਪੋਲੀਟਿਕਸ ਦੇ ਵਿੱਚ ਬੰਦੇ ਨੇ ਉਹਨਾਂ ਦੀ ਕੁੱਖ ਬਾਂਝ ਹੈ। ਕਿਉਂਕਿ ਇੱਥੇ ਇੱਕ ਚੀਜ਼ ਬਹੁਤ ਜ਼ਿਆਦਾ ਗੌਰ ਕਰਨ ਵਾਲੀ ਹੈ, ਜਿਹੜੇ ਬੰਦੇ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਨੇ ਕੀ ਕਮਾਇਆ? ਉਹਨਾਂ ਦੀ ਕਮਾਈ ਹੈ ਇਸ ਵੇਲੇ ਦਰਦ ਤੇ ਸਫਰਿੰਗ, ਤੇ ਲੋਕਾਂ ਨੂੰ ਪਤਾ ਕਿ ਸੱਚੇ ਸੁੱਚੇ ਬੰਦੇ ਨੇ। ਇਹ ਕੋਈ ਚੋਰੀ ਚਕਾਰੀ ਜਾਂ ਇੱਕ, ਮੈਂ ਤੁਹਾਨੂੰ ਸਿੱਧਾ ਕਹਿ ਦੇਣਾ, ਮੈਨੂੰ ਕੋਈ ਗੁਰੇਜ਼ ਨਹੀਂ, ਕਈ ਨਕਲੀ ਐਂਟੀ ਟੈਰਰਿਸਟ ਫਰੰਟ ਸਕੁਐਡ ਦੇ ਸਾਈਕਲ ਚੋਰ ਵਰਗੇ ਬੰਦੇ ਜਿਹੜੇ ਨੇ ਉਹ ਝੂਠ ਬੋਲ ਕੇ ਸਰਕਾਰ ਤੋਂ ਸਿਕਿਉਰਟੀ ਚੱਕੀ ਫਿਰਦੇ ਨੇ, ਉਹ ਸਾਰਾ ਖਰਚਾ ਸਰਕਾਰ ਦੀ ਪੋਕਟ 'ਚ ਜਾ ਰਿਹਾ, ਉਹ ਸਾਡੇ ਲੋਕ ਜਿਹੜੇ ਟੈਕਸ ਪੇਇੰਗ ਸਿਟੀਜ਼ਨਸ ਨੇ ਸਾਡੀਆਂ ਜੇਬਾਂ 'ਚੋਂ ਜਾ ਰਿਹਾ। ਦੂਜੇ ਪਾਸੇ ਉਹਨਾਂ ਲੋਕਾਂ ਨੂੰ ਸਿਕਿਉਰਿਟੀ ਮਿਲ ਰਹੀ ਹੈ, ਤੇ ਇੱਕ ਪਾਸੇ ਜਿਹੜੇ ਇਹ ਬੰਦੇ ਨੇ ਜਿਹੜੇ ਸਜ਼ਾਵਾਂ ਭੁਗਤ ਚੁੱਕੇ ਨੇ, ਉਹਦੇ ਬਾਵਜੂਦ ਇਹਨਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ। ਜੀ ਜ਼ਿਕਰ ਕੀਤਾ ਕਿ ਸਟੇਟ ਸਰਕਾਰ ਦੇ ਹੱਥ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਤੁਸੀਂ ਮੁੱਖ ਮੰਤਰੀ ਤੱਕ ਚਿੱਠੀਆਂ ਲਿਖ ਕੇ ਬੜੇ ਮਸਲੇ ਚੱਕਣ ਦੀ ਕੋਸ਼ਿਸ਼ ਕੀਤੀ, ਕੋਈ ਆਵਾਜ਼ ਸੁਣੀ ਗਈ ਮੁੱਖ ਮੰਤਰੀ ਦੇ ਵੱਲੋਂ? ਖਾਸ ਕਰਕੇ ਭਗਵੰਤ ਮਾਨ ਦੀ ਅਸਲ ਜ਼ਿਕਰ ਕਰ ਲਈਏ, ਤੁਸੀਂ ਆਪਣੇ ਵੱਲੋਂ ਤਾਂ ਕੋਸ਼ਿਸ਼ ਕਰਦੇ ਹੋ ਕਿ ਅਸੀਂ ਜਿਹੜੇ ਲੋਕਾਂ ਨਾਲ ਜੁੜੇ ਮਸਲੇ ਹੈਗੇ, ਮਨੁੱਖਤਾ ਨਾਲ ਜੁੜੇ ਮਸਲੇ ਹੈਗੇ, ਉਹਨਾਂ ਦੀ ਆਵਾਜ਼ ਆਪਣੇ ਤੌਰ ਤੇ ਚੱਕਦੇ ਰਹੀਏ, ਵਕਾਲਤ ਪੇਸ਼ਾ ਹੁੰਦੀ,
ਉਹ ਤੋਂ ਬੰਦੇ ਨੇ ਪੈਸੇ ਕਮਾਉਣੇ ਨੇ। ਪਰ ਨਾਲ ਦੇ ਨਾਲ ਇੱਕ ਗਰਾਊਂਡ ਇਹ ਵੀ ਹੁੰਦੀ ਹੈ ਕਿ ਅਸੀਂ ਹਿਊਮਨਟੇਰੀਅਨ ਜਿਹੜੀਆਂ ਗਰਾਊਂਡਸ ਹੈਗੀਆਂ ਨੇ, ਮਨੁੱਖਤਾ ਦੀ ਜਿਹੜੀ ਅਸੀਂ ਗੱਲ ਕਰਦੇ ਹਾਂ, ਉਹਦੇ ਆਧਾਰ 'ਤੇ ਵੀ ਕਈ ਚੀਜ਼ਾਂ ਕਰਦੇ ਨੇ। ਮੁੱਖ ਮੰਤਰੀ ਤੱਕ ਜਦੋਂ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋ, ਪੱਤਰ ਲਿਖਣ ਦੀ ਕੋਸ਼ਿਸ਼ ਕਰਦੇ ਹੋ, ਰਿਪਲਾਈ ਆਉਂਦਾ ਉੱਧਰੋਂ? ਤੁਸੀਂ ਦੇਖੋ, ਇਸ ਤੋਂ ਪਹਿਲਾਂ ਸਾਡੀ ਗੱਲਬਾਤ ਹੋਈ ਸੀਗੀ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ, ਤੇ ਉਹਦੇ ਵਿੱਚ ਬਰੀਫਿੰਗ ਕੀਤਾ ਸੀਗਾ, ਸੀਐਮ ਸਾਹਿਬ ਨੂੰ ਓਪਨ ਲੈਟਰ ਲਿਖੀ ਸੀ, ਜਿਹਦੇ ਵਿੱਚ ਮੈਂ ਕੁਝ ਸਵਾਲ ਪੁੱਛੇ ਸੀ। ਤੇ ਸਵਾਲਾਂ ਤੋਂ ਪਰਾਂ ਮੇਰਾ ਜਿਹੜਾ ਅਸਲ ਉਪਰਾਲਾ ਸੀਗਾ ਉਹ ਅਸਿਸਟ ਕਰਨ ਦਾ ਸੀਗਾ। ਤੇ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਤੁਹਾਡੀ ਸਰਕਾਰ ਤੋਂ ਰੁਪਈਆ 1 ਨਹੀਂ ਲੈਂਦਾ, ਤੇ ਜਿਹੜੀ ਤੁਹਾਡੀ ਬੰਦ ਕਮਰੇ ਦੇ ਵਿੱਚ ਅਫਸਰਸ਼ਾਹੀ ਆ, ਮੈਂ ਇੱਕ ਅਕੈਡਮਿਕ ਪੋਟੈਂਸ਼ੀਅਲ ਵੀ ਰੱਖਦਾ ਤੇ ਰੁਤਬੇ ਵੀ ਰੱਖਦਾ ਕਿ ਉਹ ਪੰਜਾਬ ਦਾ ਜਿਹੜਾ ਨਸੀਬ ਆ ਉਹ ਕਮਰੇ ਦੇ ਵਿੱਚ ਨਹੀਂ ਉਹਦਾ ਫੈਸਲਾ ਕਰ ਸਕਦੇ। ਉਹਨਾਂ ਨੂੰ ਗਰਾਊਂਡ ਤੇ ਆਉਣਾ ਪੈਣਾ ਹੈ, ਉਹਨਾਂ ਨੂੰ ਇੱਥੇ ਵਾਲੀ ਜਿਹੜੀ ਸਕੋਰਚਿੰਗ ਹੀਟ ਆ ਇਹਦੇ ਵਿੱਚ ਦੇਖਣਾ ਪੈਣਾ ਆ ਕਿ ਕੀ ਪ੍ਰੋਬਲਮਸ ਆ ਜਿਹੜੀਆਂ ਆ ਰਹੀਆਂ ਨੇ, ਕਿਉਂਕਿ ਜਦ ਤੱਕ ਤੁਸੀਂ ਦਰਦ ਮਹਿਸੂਸ ਨਹੀਂ ਕਰਦੇ ਤੁਸੀਂ ਪਾਲਿਸੀ ਨਹੀਂ ਬਣਾ ਸਕਦੇ। ਮੈਂ ਉਹਨਾਂ ਨੂੰ ਅਸਿਸਟ ਕੀਤਾ ਸੀ ਕਿ ਮੈਂ ਪਬਲਿਕ ਪਾਲਿਸੀ ਬਣਾਉਣੀ ਚਾਹੁੰਦਾ। ਉਹਦੇ ਵਿੱਚ ਉਹ ਲੈਟਰ ਅੱਗੇ ਪੁਲਿਸ ਨੂੰ ਫਾਰਵਰਡ ਕਰ ਦਿੱਤਾ ਗਿਆ। ਹੁਣ ਉਹ ਪੁਲਿਸ ਫੋਰਸਿਸ ਨੇ ਜਿਹੜੇ ਸੀਨੀਅਰ ਐਗਜ਼ੀਕਿਊਟਿਵ ਨੇ ਵੀ ਜਿਹੜੇ ਪੁਲਿਸ ਦੇ, ਦੇ ਆਰ ਜਸਟ ਇੰਪਲੀਮੈਂਟਿੰਗ ਏਜੰਸੀਜ਼। ਉਹ ਖੁਦ ਤਾਂ ਪਾਵਰ ਡਰਾਈਵ ਕਰਦੇ ਨਹੀਂ, ਤੇ ਅਕਾਊਂਟੇਬਿਲਟੀ ਤਾਂ ਸੀਐਮ ਦੀ ਹੈ। ਤੇ ਸੀਐਮ ਸਾਹਿਬ ਥੋੜਾ ਜਿਹਾ ਇਹ ਗੱਲ ਕਹਿਣ 'ਚ ਮੈਨੂੰ ਕੋਈ ਗੁਰੇਜ਼ ਨਹੀਂ ਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਇੱਕ ਘਰ ਦੇ ਵਿੱਚ 70 ਵਿਛਿਆ ਹੋਇਆ ਤੇ ਇਹ ਦੂਜੇ ਪਾਸੇ ਸ਼ਹਿਨਾਈਆਂ ਗੂੰਜ ਰਹੀਆਂ ਸੀ। ਤੇ ਉਹ ਨੀਰੋ ਵਾਲੀ ਅਸੀਂ ਐਗਜ਼ਾਮਪਲ, ਹੁਣ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਵਾਲੇ ਸ਼ਾਇਦ ਨੀਰੋ ਵਾਲੀ ਐਗਜ਼ਾਮਪਲ ਨੂੰ ਪੁਰਾਣਾ ਕਰ ਦੇਣਗੇ। ਇਹ ਜਦੋਂ ਅਸੀਂ ਗੁਰਮੋਹਨ ਸਮਝਣ ਦੀ ਕੋਸ਼ਿਸ਼ ਕਰੀਏ, ਵੱਖ-ਵੱਖ ਮਸਲਿਆਂ ਤੇ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਘਟਨਾਵਾਂ ਹੁੰਦੀਆਂ ਨੇ, ਤੁਸੀਂ ਕਿੰਨੀਆਂ ਚੀਜ਼ਾਂ ਦੇ ਨਾਲ ਜੁੜੇ ਹੋਏ ਹੋ। ਜਦੋਂ ਅਸੀਂ ਸੂਰੀ ਵਾਲੇ ਕੇਸ ਦੀ ਗੱਲ ਕਰ ਲਈਏ, ਹੁਣ ਇੱਕ ਵਿਅਕਤੀ ਪ੍ਰਵੋਕ ਕਰਦਾ ਹੈਗਾ, ਸੋਸ਼ਲ ਮੀਡੀਆ ਤੇ ਆਣ ਕੇ ਬਹੁਤ ਸਾਰੀਆਂ ਟਿੱਪਣੀਆਂ ਕਰਦਾ ਹੈਗਾ, ਉਸ ਕੇਸ ਦੇ ਵਿੱਚ ਕੀ ਹਾਲਾਤ ਨੇ, ਕੀ ਸਮਝਿਆ ਤੁਸੀਂ ਨੇੜਿਓਂ ਜਦੋਂ ਦੇਖਿਆ ਉਸ ਕੇਸ ਨੂੰ, ਘੋਖਿਆ ਸੂਰੀ ਵਾਲੇ ਕੇਸ? ਦੇਖੋ, ਸੂਰੀ ਵਾਲੇ ਕੇਸ ਦੇ ਵਿੱਚ ਹਲੇ ਹੁਣੇ ਜੀ ਥੋੜਾ ਚਿਰ ਪਹਿਲਾਂ ਚਾਰਜ ਸ਼ੀਟ ਆਈ ਹੈ। ਇਟਸ ਟੂ अर्ਲੀ ਟੂ ਡਿਸਕਸ ਅਬਾਊਟ ਦੈਟ ਕੇਸ। ਪਰ ਉਹਦੇ ਵਿੱਚ ਕੁਝ ਪਹਿਲੂ ਜਿਹੜੇ ਇੱਥੇ ਤੱਕ ਸੇਮ ਨੇ, ਮੈਂ ਤੁਹਾਨੂੰ ਉਹ ਦੱਸਦਾ। ਇੱਕ ਐਜ਼ ਪਰ ਲੈਂਗੁਏਜ ਆਫ ਲਾਅ ਕ੍ਰਾਈਮ ਕਮਿਟ ਹੁੰਦਾ, ਮੌਕੇ ਤੇ ਪੁਲਿਸ ਬੰਦੇ ਨੂੰ ਫੜ ਕੇ ਲੈ ਜਾਂਦੀ ਹੈ, ਸਭ ਕੁਝ ਮੌਕੇ ਤੇ ਹੋ ਜਾਂਦਾ। ਉਹਦੇ ਬਾਵਜੂਦ ਉੱਥੋਂ ਕੁਝ ਸ਼ਰਾਰਤੀ ਅੰਸਰ ਉੱਠਦੇ ਆ, ਉਦੋਂ ਤੱਕ ਕੋਈ ਧਰਮਾਂ ਦਾ ਰੌਲਾ ਨਹੀਂ। ਹਾਲਾਂਕਿ ਜਿਹਦੀ ਕਿਲਿੰਗ ਹੋਈ ਹੈ ਉਹ ਜ਼ਰੂਰ ਇੱਕ ਧਰਮ ਨੂੰ ਖਤਮ ਕਰਨ ਦੀਆਂ ਧਮਕੀਆਂ ਦਿੰਦਾ, ਜਿਹਨੂੰ ਅਸੀਂ ਲਾਅ 'ਚ ਕਹਿੰਦੇ ਆ ਜੀਨੋਸਾਈਡਲ ਇੰਪਲਸ, ਕਿ ਇਹਨਾਂ ਦੇ ਅੰਦਰ ਇੱਕ ਨਸਲਕੁਸ਼ੀ ਕਰਨ ਦੀ ਭਾਵਨਾ। ਜਿਵੇਂ ਕਿ ਅਸੀਂ ਦੇਖ ਸਕਦੇ ਹਾਂ ਸ਼੍ਰੀਲੰਕਾ ਦੇ ਵਿੱਚ ਸਿੰਹਾਲੀਜ਼ ਹੁੰਦੇ ਸੀਗੇ, ਤਾਮਿਲੀਅਨਸ ਸੀਗੇ, ਉਹਨਾਂ ਨੇ ਤਾਮਿਲੀਅਨਸ ਦੇ ਪ੍ਰੋਪਰਲੀ ਘਰ ਜਿਹੜੇ ਨੇ ਮਾਰਕ ਕੀਤੇ। ਉਸ ਤੋਂ ਬਾਅਦ ਉਹਨਾਂ ਦੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੋਗਰੋਮ ਲਾਅ ਦੀ ਭਾਸ਼ਾ ਦੇ ਵਿੱਚ, ਜਾਂ ਜੀਨੋਸਾਈਡਸ ਕਹਿ ਦਿੰਦੇ ਆ, ਜਿਵੇਂ ਰਵਾਂਡਾ ਦੇ ਵਿੱਚ ਹੋਏ। ਰੇਡੀਓ ਦੇ ਵਿੱਚ ਕਿਹਾ ਗਿਆ 2 ਟਰਾਈਬਸ ਸੀਗੀਆਂ ਰਵਾਂਡਾ 'ਚ, ਤੁਤਸੀ ਤੇ ਹੁਤੂ। ਜਿਸ ਤਰੀਕੇ ਦੇ ਨਾਲ 1984 ਦੇ ਵਿੱਚ ਸਿੱਖਾਂ ਨਾਲ ਹੋਇਆ, ਖੂਨ ਕਾ ਬਦਲਾ ਖੂਨ, ਉਹ ਜੀਨੋਸਾਈਡਲ ਇੰਪਲਸ ਹੈ। ਹੁਣ ਕਰਨ ਦੀ ਕੋਸ਼ਿਸ਼ ਤਾਂ ਉਹੀ ਕੀਤੀ ਗਈ ਇੱਥੇ ਵੀ। ਜਿਹੜਾ ਬੰਦਾ ਮਾਰਿਆ ਗਿਆ ਉਹ ਆਪਦੀਆਂ ਕਰਤੂਤਾਂ ਕਰਕੇ ਮੁੱਕ ਗਿਆ। ਉਸ ਤੋਂ ਬਾਅਦ ਉਹਦੇ ਜਿਹੜੇ ਨਵੇਂ ਵਾਰਸ ਉੱਠੇ, ਉਹਨਾਂ ਨੇ ਵੀ ਉਹੀ ਕਿਹਾ ਕਿ ਇੱਕ ਸਿੱਖ ਜਿੰਦਾ ਨਹੀਂ ਰਹਿਣ ਦੇਣਾ, 2% ਘਰਾਂ 'ਚੋਂ ਕੱਢ ਕੇ ਮਾਰਾਂਗੇ। ਇਹ ਸਾਰਾ ਕੁਝ ਸੋਸ਼ਲ ਮੀਡੀਆ 'ਤੇ ਵਾਇਰਲ ਆ। ਐਜ਼ ਪਰ ਸੈਕਸ਼ਨ 66A ਕੋਈ ਵੀ ਇੱਥੇ FI ਆ ਸਕਦਾ। ਹੁਣ ਇਹ ਨਹੀਂ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ, ਅਸੀਂ ਬਹੁਤ ਕੋਸ਼ਿਸ਼ ਕੀਤੀ। ਪਰ ਇੱਥੇ ਅੰਤਰਮ ਸੱਚ ਕੀ ਹੈ? ਸੱਚ ਜਿਹੜਾ ਆ ਉਹ ਇਹ ਹੈ ਕਿ ਇੱਕ ਮਾਈਨੋਰਿਟੀ ਇੱਕ ਮੈਜੋਰੀਟੇਰੀਅਨ ਸਟੇਟ ਦੇ ਦੁਆਰਾ ਕੁਚਲੀ ਜਾ ਰਹੀ ਹੈ। ਤੇ ਜਦੋਂ ਆਪਾਂ ਇੱਕ ਕਨਸਟੀਟਿਊਸ਼ਨ ਦੇ ਅਕੋਰਡਿੰਗਲੀ ਚੱਲਦੇ ਹਾਂ ਤੇ ਉਹਦੀਆਂ ਜਿਹੜੀਆਂ ਧਾਰਾਵਾਂ ਨੇ ਉਹ ਵੀ ਨਹੀਂ ਪ੍ਰੋਪਰਲੀ ਫੋਲੋ ਕੀਤੀਆਂ ਜਾ ਰਹੀਆਂ। ਤੇ ਉਸ ਤੋਂ ਬਾਅਦ ਪੋਲਿਟਿਕਸ ਆ, ਕਿਉਂਕਿ ਦੇਖੋ ਜੇ ਅਸੀਂ ਅਮਰੀਕਾ ਦੀ ਗੱਲ ਕਰੀਏ, ਉੱਥੇ ਤਿੰਨ ਐਂਗਲ ਹੁੰਦੇ ਨੇ। ਦੇਖੋ ਜਿਹੜੇ ਮੇਨ ਪਾਰਟਸ ਹੁੰਦੇ ਨੇ, ਇੱਕ ਲੈਜਿਸਲੇਚਰ ਹੁੰਦਾ ਜੀ, ਇੱਕ ਐਗਜ਼ੀਕਿਊਟਿਵ ਹੁੰਦਾ, ਇੱਕ ਹੁੰਦੀ ਆ ਜੁਡੀਸ਼ਰੀ। ਹੁਣ ਇੰਡੀਆ ਦੇ ਵਿੱਚ ਕੀ ਹੈ, ਐਗਜ਼ੀਕਿਊਟਿਵ ਤੇ ਲੈਜਿਸਲੇਚਰ ਜਿਹੜੀ ਆ ਉਹ ਸੇਮ ਆ। ਉਹ ਕਿਸ ਤਰੀਕੇ ਨਾਲ ਸੇਮ ਹੈ? ਕਿਉਂਕਿ ਜਿਹੜਾ ਟੌਪ ਐਗਜ਼ੀਕਿਊਟਿਵ ਆ ਦੈਟ ਇਜ਼ PM, ਉਹੀ ਜਿਹੜਾ ਆ ਲੈਜਿਸਲੇਚਰ 'ਚੋਂ ਇਲੈਕਟ ਹੋ ਕੇ ਆਉਂਦਾ। ਸੌਖਾ ਤੁਹਾਨੂੰ ਮੈਂ ਦੇਸ਼ ਦਾ ਸਿਸਟਮ ਦੱਸ ਰਿਹਾ। ਹੁਣ ਇਹ ਗੱਲ ਆ ਜਾਂਦੀ ਆ ਪੋਲੀਟੀਕਲ ਵਿਲ ਪਾਵਰ 'ਤੇ, ਕਿ ਉਹਨਾਂ ਦੀ ਪੋਲੀਟੀਕਲ ਵਿਲ ਪਾਵਰ ਕੀ ਆ। ਜਦ ਸਜ਼ਾ ਪੂਰੀ ਕਰ ਲਈ, ਲਾਅ ਇਹ ਨਹੀਂ ਹੈ ਤੇ ਇੰਡੀਆ ਤੇ ਆ ਕੇ ਖਤਮ ਹੋ ਜਾਂਦਾ। ਹੁਣ UDHR ਹੈ, ਯੂਨੀਵਰਸਲ ਡੈਕਲੇਰੇਸ਼ਨ ਔਨ ਹਿਊਮਨ ਰਾਈਟਸ ਹੈ, 1948 ਦਾ ਡਾਕੂਮੈਂਟ ਆ। ਕਿਉਂਕਿ ਮੇਰਾ ਇੰਟਰਨੈਸ਼ਨਲ ਲਾਅ ਦੇ ਵਿੱਚ ਵੀ ਥੋੜਾ ਜਿਹਾ ਹੋਲਡ ਹੈਗਾ। ਤੇ ਉਸ ਤੋਂ ਬਾਅਦ ਇੰਟਰਨੈਸ਼ਨਲ ਕੋਵੈਨੈਂਟਸ ਨੇ, ICCPR ਹੈ, ਪੋਲੀਟੀਕਲ ਤੇ ਕਲਚਰਲ ਰਾਈਟਸ ਤੇ ਆ, ਇਕਨੋਮਿਕ ਰਾਈਟਸ ਤੇ ਆ, ਸਿਵਿਕ ਰਾਈਟਸ ਤੇ ਆ। ਇਹਨਾਂ ਦਾ ਇੰਡੀਆ ਸਿਗਨੇਟਰੀ ਹੈ। ਤੇ ਇਹਨਾਂ ਦੇ ਵਿੱਚ UPR ਯੂਨੀਵਰਸਲ ਪੀਰੀਓਡਿਕ ਰਿਪੋਰਟਿੰਗ ਦਾ ਪ੍ਰੋਸੈਸ ਹੈ ਤਾਂ ਬਹੁਤ ਕੁਛ ਹੈ। ਪਰ ਹੈਰਾਨੀ ਇਹ ਹੁੰਦੀ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਜੋ ਐਕਸ਼ਨ ਲੈਣਾ ਚਾਹੀਦਾ ਸੀਗਾ। ਹੁਣ ਤੁਸੀਂ ਸਰਕਾਰਾਂ ਦੀ ਜੇ ਗੱਲ ਕਰਦੇ ਹੋ
ਤੇ ਅਸੀਂ ਕਿਸੇ ਇੱਕ ਸਰਕਾਰ ਤੇ ਬਲੇਮ ਨਹੀਂ ਕਰ ਸਕਦੇ। ਇਸ ਤੋਂ ਪਹਿਲਾਂ ਵਾਲੀਆਂ ਜਿਹੜੀਆਂ ਸਰਕਾਰਾਂ ਨੇ, ਜਿਹੜੀ ਇੱਕ ਸੋ ਕਾਲਡ ਪੰਥਕ ਪਾਰਟੀ ਬਣਦੀ ਹੈ, ਤੇ ਉਹਨਾਂ ਨੇ ਵੀ ਕੀ ਕੀਤਾ ਆ, ਉਹਨਾਂ ਨੇ ਦਿਖਾਵਾ ਕੁਛ ਕੀਤਾ ਕੁਛ ਹੈ। ਆਹ ਮੋਰਚੇ ਦੇ ਵਿੱਚ ਵੀ ਬੰਦੀ ਸਿੰਘਾਂ ਦੇ ਵਿੱਚ ਵੀ ਇੱਕ ਸਿੱਖ ਵੱਲ ਉਹਨਾਂ ਦਾ ਕੁਝ ਹੋਰ ਓਪੀਨੀਅਨ ਆ, ਦੂਜੇ ਸਿੱਖ ਵੱਲ ਕੁਝ ਹੋਰ ਆ। ਇੱਕ ਸਿੱਖ ਉਹਨਾਂ ਵਾਲੀ ਬੰਦੀ ਆ, ਦੂਜਾ ਸਿੱਖ ਉਹਨਾਂ ਵਾਲੀ ਅੱਤਵਾਦੀ ਆ। ਮੈਂ ਗੋਲ ਮਟੋਲ ਜਿਹੜੇ ਕੁਝ ਕਹਿੰਦੇ ਨੇ ਅਮਲੀ ਜਾਂ ਗੱਪੀ, ਜੋ ਵੀ ਉਹਨਾਂ ਨੂੰ ਕਹਿ ਦਿੰਦੇ ਨੇ, ਮੈਂ ਉਹਨਾਂ ਦੀ ਉਹ ਗੱਲ ਕਰ ਰਿਹਾ, ਜਿਹੜੇ ਹੁਣ ਰੀਸੈਂਟਲੀ ਤੁਸੀਂ ਦੇਖ ਸਕਦੇ ਹੋ ਕਿ ਚਾਰਜ ਸ਼ੀਟ ਦੇ ਵਿੱਚ ਵੀ ਉਹਨਾਂ ਦਾ ਨਾਮ ਆ ਚੁੱਕਿਆ ਬੇਬਲ ਵਾਲੀ ਦੇ ਵਿੱਚ। ਕਿਉਂਕਿ ਸਾਡੀ ਕੋਸ਼ਿਸ਼ ਸੀ ਕੱਲਾ ਬੰਦੀ ਸਿੰਘਾਂ ਤੱਕ ਹੀ ਇਹ ਜਿਹੜਾ ਕੇਸ ਹੈ ਨਹੀਂ ਹੈਗਾ। ਬੰਦੀ ਸਿੰਘ ਕਿਹੜੇ ਹਾਲਾਤਾਂ ਕਰਕੇ ਇਹਨਾਂ ਰਾਹਾਂ ਵੱਲ ਪਹੁੰਚੇ, ਉਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਕਾਰਨ ਹੈ ਗੁਰੂ ਸਾਹਿਬਾਨਾਂ ਦੀਆਂ ਬੇਅਦਬੀਆਂ। ਕਿਉਂਕਿ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਇਹ ਜਾਗਤ। ਇੱਥੇ ਇੱਕ ਸਵਾਲ ਜ਼ਰੂਰ ਲਾਹਾਂਗਾ ਤੁਹਾਡੇ ਤੋਂ, ਕਿਉਂਕਿ ਤੁਹਾਨੂੰ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਬੜਾ ਆਮ ਬਣਾ ਦਿੱਤਾ ਗਿਆ। ਅਸੀਂ ਅੱਗੇ ਦੇਖਦੇ ਸੀ ਅਖਬਾਰਾਂ ਦੇ ਵਿੱਚ, ਜਦੋਂ ਪਹਿਲਾਂ ਦਾ ਜ਼ਿਕਰ ਹੈਗਾ, ਅਸੀਂ ਜਦੋਂ ਰਿਸਰਚ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ, ਕਿਸਾਨਾਂ ਦੀਆਂ ਖੁਦਕੁਸ਼ੀਆਂ ਸ਼ੁਰੂ ਹੋਈਆਂ ਸੀ, ਤਾਂ ਜਦੋਂ ਪਹਿਲੀ ਵਾਰ ਇਦਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਸੀ ਤਾਂ ਫਰੰਟ ਪੇਜ 'ਤੇ ਲਾ ਦਿਆਂ ਸੀ ਵੀ ਕਿਸਾਨ ਨੇ ਖੁਦਕੁਸ਼ੀ ਕਰ ਲਈ ਪੰਜਾਬ ਦੇ ਵਿੱਚ, ਖਾਸ ਕਰਕੇ ਜਿਹੜਾ ਪੂਰੇ ਦੇਸ਼ ਦਾ ਢਿੱਡ ਭਰਦਾ ਸੀਗਾ, ਤਾਂ ਪਹਿਲੇ ਪੇਜਾਂ 'ਤੇ ਛਾਪਦੀਆਂ ਸੀ। ਫਿਰ ਉਹ ਚੀਜ਼ਾਂ ਆਮ ਹੁੰਦੀਆਂ ਗਈਆਂ, ਉਹਨਾਂ ਨੂੰ ਤੀਸਰਾ ਪੇਜ, ਚੌਥਾ ਪੇਜ, ਫਿਰ ਉਹ ਛੋਟੀ ਜਿਹੀ ਇੱਕ ਟਿੱਕੀ ਜਿਹੀ ਬਣਾ ਕੇ ਅਖਬਾਰ 'ਚ ਸਾਈਡ ਜੀ 'ਤੇ ਲਾ ਦਿੰਦੇ ਸੀਗੇ ਵੀ ਕਿਸਾਨ ਨੇ ਖੁਦਕੁਸ਼ੀ ਕੀਤੀ। ਬੜੀ ਆਮ ਜੀ ਗੱਲ ਹੋ ਗਈ, ਪਹਿਲੇ ਪੇਜ ਤੋਂ ਐਂਡ ਦੇ ਪੇਜ ਤੱਕ ਪਹੁੰਚ ਗਈ ਉਹ ਚੀਜ਼। ਹੁਣ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਬੇਅਦਬੀ ਦਾ ਮਸਲਾ ਵੀ ਇਸੇ ਤਰੀਕੇ ਨਾਲ ਹੁਣ ਉਹੀ ਹੋ ਗਿਆ ਕਿ ਪਹਿਲੇ ਪੇਜ ਤੋਂ ਅਖੀਰਲੇ ਪੇਜਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਆ ਵੀ ਇਹਨੂੰ ਬੜਾ ਆਮ ਜਿਹਾ ਕਰ ਦਿੱਤਾ। ਤੁਹਾਡਾ ਬਹੁਤ ਸੋਹਣਾ ਸਵਾਲ ਆ। ਇਹਦੇ ਲਈ ਮੈਂ ਪਹਿਲਾਂ ਡੇਟਾ ਕੋਟ ਕਰੂੰਗਾ ਐਨਸੀਆਰਬੀ ਦਾ। ਐਨਸੀਆਰਬੀ ਦਾ ਡੇਟਾ ਕਹਿੰਦਾ ਆਈਪੀਸੀ ਦੀ ਦਫਾ 295 ਆ, 295 ਤੇ 297 ਹੈ ਨਾ, ਜਿਹੜੀਆਂ ਰਿਲੇਟਡ ਦਫਾਵਾਂ ਨੇ। 2018 ਤੋਂ ਲੈ ਕੇ 2020 ਤੱਕ ਇਹ ਕੇਸਿਸ ਸਭ ਤੋਂ ਜ਼ਿਆਦਾ ਪੰਜਾਬ 'ਚ ਹੋਇਆ ਬੇਅਦਬੀਆਂ ਦੇ। ਤੇ ਇਸ ਚੀਜ਼ ਨੂੰ ਬਹੁਤ ਜ਼ਿਆਦਾ ਕਾਮਨ ਬਣਾ ਦਿੱਤਾ ਗਿਆ ਕਿ ਇਹ ਕੋਈ ਵੱਡੀ ਗੱਲ ਨਹੀਂ ਲੱਗਦੀ। ਕੋਈ ਵੀ ਉੱਠ ਕੇ ਕਹਿੰਦਾ ਆ ਤੁਹਾਡਾ ਗੁਰੂ ਸਾਡੇ ਕਬਜ਼ੇ 'ਚ ਹੈ, ਕੰਧਾਂ 'ਤੇ ਲਿਖਿਆ ਜਾਂਦਾ ਆ, ਉਹਨਾਂ ਨੂੰ ਪ੍ਰੋਪਰ ਸ਼ਹਿ ਦਿੱਤੀ ਜਾਂਦੀ ਆ। ਇਹ ਸਿਸਟਮ ਸਪੋਰਟਡ ਕ੍ਰਾਈਮ ਹੈ ਜਿਹੜਾ। ਤੁਸੀਂ ਦੇਖੋ ਸਿੱਖ ਧਰਮ ਹੈ ਜਿਹੜਾ ਇੱਕੋ ਇੱਕ ਧਰਮ ਹੈ ਜਿਹਦੇ ਵਿੱਚ ਜਿਹੜਾ ਗ੍ਰੰਥ ਆ ਉਹਨੂੰ ਜਾਗਤ ਜੋਤ ਦਾ ਦਰਜਾ ਸਾਡੇ ਲਿਵਿੰਗ ਗੁਰੂ ਨੇ। ਕਿਉਂਕਿ ਕੁਛ ਵੀ ਹੁੰਦਾ ਆ ਸਾਡੇ ਜੰਮਣ ਤੇ ਮਰਗ ਤੇ ਹਰ ਥਾਂ ਤੇ ਮਹਾਰਾਜ ਦਾ ਹੁਕਮਨਾਮਾ ਲਿਆ ਜਾਂਦਾ, ਉਹਦੇ ਅਕੋਰਡਿੰਗਲੀ ਸਾਰਾ ਕੁਝ ਕੀਤਾ ਜਾਂਦਾ। ਕਿਉਂਕਿ ਮਹਾਰਾਜ ਕਹਿ ਗਏ ਖੋਜ ਸ਼ਬਦ ਮੈਲੇ, ਮਹਾਰਾਜ ਨੇ ਕਿਹਾ ਕਿ ਆਪਾਂ ਬਿਹਤਰ ਮਤਲਬ ਜਾਣਦੇ ਹਾਂ ਸਾਰਾ ਕੁਝ ਇਸ ਧਰਮ ਦੇ ਵਿਸ਼ਵਾਸ ਨੂੰ। ਹੁਣ ਇੱਥੇ ਗੱਲ ਕੀ ਆਉਂਦੀ ਆ, ਇਹਦੇ ਪਿਛਲੀ ਇੰਟੈਂਸ਼ਨ ਕੀ ਆ? ਕਿਉਂਕਿ ਇਸ ਪੇਸ਼ੇ ਦੇ ਨਾਲ ਮੈਂ ਕ੍ਰਿਮੀਨੋਲੋਜਿਸਟ, ਬਹੁਤਾ ਮੇਰਾ ਜਿਹੜਾ ਫੀਲਡ ਹੈ ਕ੍ਰਾਈਮ ਦੇ ਆਲੇ ਦੁਆਲੇ ਹੀ ਘੁੰਮਦਾ। ਇੱਕ ਮਾਈਨੋਰਿਟੀਜ਼ ਦੇ ਮਾਈਂਡ ਦੇ ਵਿੱਚ ਫੀਅਰ ਅਰਾਊਜ਼ ਕਰਨਾ। ਕਿਉਂਕਿ ਸਾਡੇ ਕੋਲ ਸਭ ਤੋਂ ਵੱਡੀ ਚੀਜ਼ ਕੀ ਆ? ਪੰਜਾਬੀਅਤ ਲਈ ਅਸੀਂ ਕਹਿੰਦੇ ਹਾਂ 2 ਪੈਰ ਘੱਟ ਤੁਰਨਾ ਮਣਕ ਦੇ ਨਾਲ, 2 ਦਿਨ ਘੱਟ ਜਿਉਣਾ ਅਣਖ ਦੇ ਨਾਲ। ਉਹ ਖੋਈ ਜਾ ਰਹੀ ਹੈ ਸਾਡੇ ਕੋਲ। ਕਿਉਂਕਿ ਤੁਸੀਂ ਇਤਿਹਾਸ ਦੇਖ ਲਓ, ਸਭ ਤੋਂ ਜ਼ਿਆਦਾ ਸ਼ਹੀਦ ਕਿਹੜੇ ਹੋਏ ਨੇ? ਪੰਜਾਬ ਇੱਕ ਸਰਹੱਦੀ ਸੂਬਾ ਹੋਣ ਕਰਕੇ ਫਰੰਟੀਅਰ ਤੋਂ ਅਟੈਕ ਝੇਲਦਾ ਆ ਰਿਹਾ। ਤੇ ਇਹ ਚੀਜ਼ਾਂ ਦਾ ਜਿਹੜਾ ਹੱਲ ਹੈ ਉਹ ਆਪਾਂ ਜੇ ਕਹੀਏ ਕਿ ਇਕੱਲਾ ਜੁਡੀਸ਼ਰੀ ਦੇ ਅੱਗੇ ਹੈ, ਨਹੀਂ, ਇਹ ਪੋਲੀਟੀਕਲ ਹੱਲ ਹੈ। ਕਿਉਂਕਿ ਐਟ ਦੀ ਐਂਡ ਜੇ ਆਪਾਂ ਦੇਖੀਏ ਸਾਰਾ ਕੁਝ ਮੁੱਕਣਾ ਕੇ ਟੇਬਲ ਦੇ ਉੱਤੇ ਆ। ਬਿਲਕੁਲ ਸਾਡੇ ਨਾਲ ਬਾਬਾ ਜੀ ਖੜੇ ਨੇ, ਇਹਨਾਂ ਦੀਆਂ ਵੀ ਤਸਵੀਰਾਂ ਉਸ ਵੇਲੇ ਤੁਹਾਨੂੰ ਵੀ ਪਤਾ ਬੜੀਆਂ ਵਾਇਰਲ ਹੋਈਆਂ ਜਦੋਂ ਕਿਸਾਨੀ ਮੋਰਚਾ ਲੱਗਾ ਸੀਗਾ, ਸਿਰ ਦੇ ਵਿੱਚ ਖੂਨ ਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ, ਤੇ ਉੱਥੇ ਦਸਤਾਰ ਡਿੱਗੀ ਤੇ ਦਸਤਾਰ ਵੀ ਆਪਣੀ ਚੁੱਕ ਕੇ ਲਿਆਉਣੀ ਵਾਪਸ। ਤੇ ਅਣਖ ਦੀ ਗੱਲ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਵੀ ਸਾਡੀ ਅਣਖ ਹੀ ਖਤਮ ਕੀਤੀ ਜਾ ਰਹੀ ਹੈ। ਜੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਆਮ ਬਣਾਇਆ ਜਾ ਰਿਹਾ ਤਾਂ ਬੜੀ ਦੁੱਖ ਦੀ ਗੱਲ ਹੈਗੀ, ਬੜੀ ਚਿੰਤਾ ਦੀ ਵੀ ਗੱਲ ਹੈਗੀ। ਹੱਲ ਕੀ ਹੈਗਾ ਤੁਹਾਡੇ ਹਿਸਾਬ ਨਾਲ? ਕੀ ਕਰਨਾ ਚਾਹੀਦਾ ਇਸ ਵੇਲੇ ਕਿ ਇਸ ਤਰੀਕੇ ਨਾਲ ਜਿਹੜੇ ਮਨੁੱਖੀ ਅਧਿਕਾਰਾਂ ਦਾ ਅਸੀਂ ਜ਼ਿਕਰ ਕਰਦੇ ਵਾਰ-ਵਾਰ ਕਿ ਕਨਸਟੀਟਿਊਸ਼ਨ ਨੂੰ ਤਾਂ ਨਿਚੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਆਪਣੇ ਹਿਸਾਬ ਨਾਲ ਬਦਲਣ ਦੀ ਵੀ ਕੋਸ਼ਿਸ਼ ਹੋ ਰਹੀ ਹੈ, ਬਹੁਤ ਸਾਰੀਆਂ ਚੀਜ਼ਾਂ ਇਹਦੇ ਮੁਤਲਕ ਵੀ ਚੱਲ ਰਹੀਆਂ। ਤੇ ਹੱਲ ਕੀ ਹੈਗਾ? ਲੋਕ ਕੀ ਕਰ ਲੈਣ ਤੁਹਾਡੇ ਹਿਸਾਬ ਨਾਲ? ਜਨਤਾ ਨੂੰ ਕੀ ਕਰਨਾ ਚਾਹੀਦਾ? ਆਮ ਲੋਕਾਂ ਦੀ ਜੇ ਗੱਲ ਨਹੀਂ ਹੋਗੀ ਤਾਂ ਫਿਰ ਲੋਕਾਂ ਦੀ ਗੱਲ ਜੇ ਨਹੀਂ ਹੋਈ ਤਾਂ ਫਿਰ ਐਟ ਦੀ ਐਂਡ ਕੁਝ ਬਚਦਾ ਨਹੀਂ। ਦੇਖੋ ਮੈਨੂੰ ਇਹ ਲੱਗਦਾ ਕਿ ਜਿੱਦਾਂ ਦੀ ਜਨਤਾ ਹੁੰਦੀ ਆ ਉਹੋ ਜਿਹਾ ਪੋਲੀਟੀਸ਼ੀਅਨ ਚੁਣਦੀ ਆ। ਇਹ ਹੈ ਤਾਂ ਬਹੁਤ ਵੱਡੀ ਖੇਡ ਆ, ਬਹੁਤ ਲੰਬੀ ਗੇਮ ਆ, ਪਰ ਹਰ ਇੱਕ ਚੀਜ਼ ਦੇ ਲਈ ਆਪਾਂ ਜਦੋਂ ਸਟੈਪਸ ਬਣਾਉਂਦੇ ਆ, ਕੋਈ ਪਾਲਿਸੀ ਬਣਾਉਂਦੇ ਆ, ਉਹ 'ਚ ਇੱਕ ਤਾਂ ਲੌਂਗ ਟਰਮ ਗੋਲਸ ਹੁੰਦੇ ਆ, ਇੱਕ ਸ਼ਾਰਟ ਟਰਮ ਗੋਲਸ ਹੁੰਦੇ ਆ। ਤੇ ਜਿਹੜਾ ਸ਼ਾਰਟੈਸਟ ਵੇ ਪੋਸੀਬਲ ਆ, ਜਿਵੇਂ ਤੁਸੀਂ ਜੱਗੀ ਬਾਬਾ ਜੀ ਦੀ ਉਹ ਗੱਲ ਕੀਤੀ ਆ, ਤੇ ਉਹਨਾਂ ਦੀ ਦਸਤਾਰ ਜਿਹੜੀ ਹੈ ਜਦੋਂ ਰੁਲ ਜਾਂਦੀ ਹੈ, ਉਹ ਆਪਦੀ ਦਸਤਾਰ ਲੈਣ ਜਾਂਦੇ ਆ, ਉਹ ਲੈਣ ਨਹੀਂ ਦਿੱਤਾ ਜਾਂਦਾ, ਤੇ ਫਿਰ ਉੱਥੇ ਲਲਕਾਰਾ ਮਾਰਦੇ ਆ, ਜਕਾਰਾ ਛੱਡਦੇ ਆ ਵੀ ਅਸੀਂ ਮਰਨ ਵਾਲੇ ਨਹੀਂ ਹੈਗੇ, ਅਸੀਂ ਮਰਨ ਵਾਲੀ ਕੌਮ ਨਹੀਂ ਆ। ਗੱਲ ਇੱਥੇ ਵੀ ਹੋਈ ਆ।
ਟੇਬਲ ਟਾਕ ਤੇ ਉਹਨਾਂ ਨੂੰ ਇਹ ਆਈਡੀਆ ਸਮਝਾਉਣਾ ਪੈਣਾ ਕਿ ਜਿਹੜੀ ਵਰਲਡ ਦੀ ਓਲਡੈਸਟ ਡੈਮੋਕ੍ਰੇਸੀ ਅਮਰੀਕਾ ਕਿਹਦੇ ਉੱਤੇ ਬਣੀ ਹੈ? ਲਿਬਰਟੀ, ਇਕੁਐਲਿਟੀ, ਪਰਸੂਟ ਆਫ ਹੈਪੀਨੈਸ, ਪ੍ਰੋਪਰਟੀ। ਜਿਹੜੀ ਸਟੇਟ ਇਹ ਤਿੰਨ ਚੀਜ਼ਾਂ ਨੂੰ ਸੇਫ ਕਰਨ ਦੇ ਵਿੱਚ ਫੇਲ ਹੋ ਜਾਂਦੀ ਹੈ, ਉਹ ਸਟੇਟ ਨੂੰ ਸਟੇਟ ਕਹਾਉਣ ਦਾ ਹੱਕ ਨਹੀਂ ਹੈਗਾ। ਤੇ ਜੇ ਹੁਣ ਇੱਥੇ ਦੇਖੀਏ, ਮਤਲਬ ਮੈਨੂੰ ਪੁਰਾਣੀਆਂ ਲਾਈਨਾਂ ਯਾਦ ਆ ਰਹੀਆਂ ਕਿ ਦਾੜੀਆਂ ਫੂਕ ਦੀ ਕਤਲ ਕੇਸ ਕੀਏ, ਘਰ ਬਾਰ ਹਮਾਰੇ ਜਲਾ ਦਿਏ, जब भागे पंजाब की ओर यहाँ भी मुकाबले बना दिए, डाले गलों में जलते टायर, मुक नहीं सकते ऐसे डायर। ਤੇ ਉਹ ਵਾਲੇ ਡਾਇਰ ਹਲੇ ਵੀ ਬੈਠੇ ਨੇ, ਉਹ ਤੋਂ ਬਾਅਦ ਦੇ ਜਿਹੜੇ ਦਰਿੰਦੇ ਨੇ ਉਹ ਵੀ ਬੈਠੇ ਨੇ। ਸਾਡੇ ਕੋਲ ਸੁਮੇਧ ਸੈਣੀ ਵਰਗੇ ਨਰ ਪਿਸ਼ਾਚ ਦੀ ਸਾਫ਼ ਐਗਜ਼ਾਮਪਲ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਹਨੂੰ ਕਸਟੋਡੀਅਲ ਟੌਰਚਰਸ ਕਰਕੇ ਮਜ਼ਾ ਆਉਂਦਾ ਸੀ। ਹੁਣ ਤਾਂ ਬਹੁਤ ਚੀਜ਼ਾਂ ਬਾਹਰ ਹੋ ਗਈਆਂ ਨੇ। ਤੇ ਇਹ ਸਾਰੀਆਂ ਚੀਜ਼ਾਂ ਦਾ ਹੱਲ ਹੈ ਜਿਹੜਾ, ਹੁਣ ਤੁਸੀਂ ਇੰਡੀਆ ਦੀ ਜੇ ਗੱਲ ਕਰਦੇ ਹੋ ਵੱਡੇ ਲੈਵਲ ਤੇ, ਉੱਪਰ ਕਸ਼ਮੀਰ ਹੈ, ਉੱਥੇ ਬਰੂਟੈਲਿਟੀ ਹੋ ਰਹੀ ਹੈ, ਥੱਲੇ ਪੰਜਾਬ ਆ ਗਿਆ, ਇਸ ਸਾਈਡ ਨਾਰਥ ਈਸਟ ਆ ਗਿਆ। ਉਹਨਾਂ ਨੂੰ ਅਸੀਂ ਵੈਸੇ ਖਿਜਾ ਦਿੰਦੇ ਹਾਂ ਫੀਚਰਸ ਕਰਕੇ ਕਿ ਤੁਸੀਂ ਚਾਈਨਾ ਵਾਲੇ ਹੋ। ਉਹ ਤੋਂ ਥੱਲੇ ਨੈਕਸਲਾਈਟ ਬੈਲਟ ਆ ਗਈ, ਦਾਦਨ ਕਾਰਨਿਆਂ ਦਾ ਰੀਜਨ ਆ ਗਿਆ, ਸਾਰਾ ਆ ਗਿਆ। ਤੇ ਜੇ ਸਟੇਟ ਆ ਸਾਰੀਆਂ ਚੀਜ਼ਾਂ ਨੂੰ ਪ੍ਰੋਪਰਲੀ ਟੈਕਲ ਨਹੀਂ ਕਰ ਪਾਊਗੀ ਤੇ ਖਿਲਰ ਜੂਗਾ ਦੇਸ਼ ਤਾਂ। ਤੇ ਇਹ ਚੀਜ਼, ਇਹ ਸਟੈਪ ਉਹਨਾਂ ਦੇ ਇੰਡੀਆ ਦੀ ਹੋਂਦ ਦੇ ਲਈ ਖਤਰਾ ਨੇ। ਇਹ ਇਕੱਲਾ ਕਿਉਂਕਿ ਸਾਡੇ ਤਾਂ ਸਿੱਧਾ ਪ੍ਰਿੰਸੀਪਲ ਹੈ ਕਿ ਆਉਂਦੇ ਨੂੰ ਦੇਗ ਪੱਕੀ ਹੈ, ਚੜ੍ਹਦੇ ਨੂੰ ਤੇਗ ਪੱਕੀ ਹੈ, ਠੀਕ ਹੈ ਨਾ। ਔਰ ਸਾਡਾ ਜਿਹੜਾ ਰਿਲੀਜੀਅਸ ਬਿਲੀਫ ਹੈ, ਇਹਦੀ ਸਾਨੂੰ ਸੇਫ ਗਾਰਡਿੰਗ ਆਰਟੀਕਲ 25 ਦਿੰਦਾ, ਰਾਈਟ ਟੂ ਰਿਲੀਜਨ ਦਿੰਦਾ, ਠੀਕ ਹੈ ਨਾ। ਉਹਦੇ ਉੱਤੇ ਕੁਝ ਰੀਜ਼ਨੇਬਲ ਰਿਸਟ੍ਰਿਕਸ਼ਨਸ ਨੇ, ਪਰ ਰੀਜ਼ਨੇਬਲ ਰਿਸਟ੍ਰਿਕਸ਼ਨਸ ਡਿਪੈਂਡ ਕਰਦਾ ਜੇ ਕਿਸੇ ਇੱਕ ਆਈਡੈਂਟੀਟੀ ਦਾ ਹੀ ਖਤਰਾ ਹੋ ਗਿਆ, ਪੂਰਾ ਹੋਂਦ ਦਾ ਹੀ ਖਤਰਾ ਹੋ ਗਿਆ, ਤੁਸੀਂ ਕਦੇ ਵੀ ਮਾਰਸ਼ਲ ਲਾ ਲਾ ਕੇ ਕੀੜੇ ਮਕੌੜੇ ਸਮਝ ਕੇ ਕਿ ਕੁਝ ਵੀ ਕਰਨ ਲੱਗੇ। ਔਰ ਇਹਦੇ ਵਿੱਚ ਇੱਕ ਗੱਲ ਹੋਰ ਹੈ, ਤੁਸੀਂ ਡੇਟਾ ਕਢਾ ਕੇ ਦੇਖੋ, ਜਦੋਂ ਬੰਦੀ ਸਿੰਘਾਂ ਨੇ ਆਹ ਸਟੈਪ ਲਿਆ, ਜਿਵੇਂ ਆਪਾਂ ਹੁਣ ਪੋਲੀਟਿਕਸ ਦੀ ਗੱਲ ਕਰਦੇ ਹਾਂ ਕਿ ਇਹ ਪੋਲੀਟੀਕਲ ਮੁੱਦਾ ਕਿਉਂ ਹੈ। ਉਸ ਵੇਲੇ ਦਾ ਟੌਪ ਐਗਜ਼ੀਕਿਊਟਿਵ ਸੀ ਜਿਹੜਾ CM ਸੀਗਾ, ਜਿਹਨੂੰ ਬੁੱਚੜ ਕਿਹਾ ਜਾਂਦਾ, ਤੇ ਮੈਂ ਆਪਦੇ ਪਰਸਨਲ ਬਿਲੀਫ 'ਚ ਉਹਨੂੰ ਬੁੱਚੜ ਮੰਨਦਾ, ਠੀਕ ਹੈ। ਜਦੋਂ ਉਹਨੂੰ ਅਸੈਸੀਨੇਟ ਕਰ ਦਿੱਤਾ ਗਿਆ, ਉਸ ਤੋਂ ਬਾਅਦ ਕੀ ਹੋਇਆ? ਸਿੱਖ ਯੂਥ ਦੇ ਜਿਹੜੇ ਕਿਲਿੰਗਸ ਹੁੰਦੀਆਂ ਸੀ ਉਹ ਕਾਫੀ ਹੱਦ ਤੱਕ ਘਟ ਗਈਆਂ, ਉਹਨਾਂ ਨੂੰ ਰੋਕ ਪੈ ਗਈ। ਸੋ ਹੁਣ ਮਹਾਰਾਜ ਕਹਿੰਦੇ ਆ ਕਿ ਚੂ ਕਾਰ ਆਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਹੁਣ ਅਸੀਂ ਦੁਬਾਰਾ ਫੇਰ ਹੀਲਤਿਆਂ ਦੇ ਬੈਠੇ ਹਾਂ, ਪਰ ਇਹ ਹੀਲਤਿਆਂ ਨੂੰ ਫੇਰ ਡਾਂਗ ਸੋਟੇ ਦੇ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਦੂਜੇ ਪਾਸੇ ਕ੍ਰਾਈਮ ਇੱਕ ਪਾਸੇ ਨਹੀਂ ਹੈ। ਤੁਸੀਂ ਰੀਸੈਂਟਲੀ ਉਹ ਨੌਜਵਾਨ ਦੀ ਦੇਖ ਸਕਦੇ ਹੋ ਕਿ ਜਿਹਦੀਆਂ ਉਂਗਲਾਂ ਵੱਡੀਆਂ ਗਈਆਂ, ਵਾਇਰਲ ਹੋ ਰਿਹਾ। ਦਿਸ ਇਜ਼ ਨੋਟ ਅ ਬਨਾਨਾ ਰਿਪਬਲਿਕ, ਦ CM ਇਜ਼ ਰਨਿੰਗ। ਕਿ ਇਹ ਕੋਈ ਲਾਅ ਆਰਡਰ ਦਾ ਹਾਲ ਨਹੀਂ ਹੈਗਾ। ਦਿਨ ਦਿਹਾੜੇ ਇੱਕ ਨੌਜਵਾਨ ਨੂੰ ਮਾਰ ਦਿੱਤਾ ਜਾਂਦਾ, ਉੱਥੇ ਪੁਲਿਸ ਐਡਮਿਨਿਸਟ੍ਰੇਸ਼ਨ ਦੇ ਹੱਥ ਖੜੇ ਹੋ ਜਾਂਦੇ ਆ। ਤੇ ਦੂਜੇ ਪਾਸੇ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਬਾਹਰ ਨਹੀਂ ਲਿਆਂਦਾ ਜਾ ਰਿਹਾ। ਕਿਉਂਕਿ ਇੱਥੇ ਮੈਨੂੰ ਇੱਕ IPS ਅਫੀਸ਼ੀਅਲ ਸੀ, ਮੈਨੂੰ ਉਹਦਾ ਨਾਂ ਨਹੀਂ ਯਾਦ ਆ ਰਿਹਾ, ਨਸ਼ਿਆਂ ਦੇ ਕੇਸ 'ਚ ਉਹਨੇ ਹੱਲ ਦਿੱਤਾ ਸੀ ਕਿ ਜਿਹੜੇ ਜੇਲ੍ਹਾਂ ਦੇ ਵਿੱਚ ਸਿੰਘ ਬੈਠੇ ਨੇ, ਇਹਨਾਂ 'ਚੋਂ ਕੁਝ ਸਿੰਘਾਂ ਨੂੰ ਰਿਹਾ ਕਰ ਦਿਓ। ਇੱਕ ਤਾਂ ਜਦੋਂ ਇਹ ਰਿਹਾ ਹੋਣਗੇ, ਇਹਨਾਂ ਦਾ ਦਬਦਬਾ ਹੀ ਇੰਨਾ, ਇਹਨਾਂ ਦਾ ਕਿਰਦਾਰ ਇੰਨਾ ਆ ਕਿ ਨਸ਼ਾ ਵਿਕਣਾ ਬੰਦ ਹੋ ਜਾਊਗਾ। ਤੇ ਜਿਹੜੇ ਦੂਜੇ ਕੁਝ ਹੈਗੇ ਨੇ ਉਹ ਆਪਣਾ ਰਾਹ ਬਦਲ ਲੈਣਗੇ। ਕਿਉਂਕਿ ਨਸ਼ੇ ਦੀ ਤੁਸੀਂ ਗੱਲ ਕਰਦੇ ਹੋ, ਨਸ਼ੇ ਦੇ ਉੱਤੇ ਬਹੁਤ ਡਾਕੂਮੈਂਟਰੀਜ਼ ਅਵੇਲੇਬਲ ਨੇ। ਨਾਰਕੋਸ ਹੈ, ਪਾਬਲੋ ਐਸਕੋਬਾਰ ਦੇ, ਕਾਫੀ ਮਸ਼ਹੂਰ ਹੋ ਗਿਆ ਅੱਜ ਕੱਲ੍ਹ, ਸਾਡੇ ਗਾਣਿਆਂ 'ਚ ਵੀ ਆ ਗਿਆ ਪੰਜਾਬੀ 'ਚ। ਲੋਕੀ ਉਹਨੂੰ ਸਰਚ ਕਰ ਰਹੇ ਨੇ ਕਿ ਨਸ਼ਾ ਕਿਵੇਂ ਬਣਿਆ, ਕਿਵੇਂ ਵਿਕਿਆ, ਕਿੱਥੇ ਕਿੱਥੇ ਪਹੁੰਚਿਆ, ਕਿੱਥੇ ਕਿੱਥੇ ਉਹਦੀ ਖੇਤੀ ਹੋਈ, ਕੋਕੇਨ ਕੀ ਹੈ, ਹੈਰੋਇਨ ਕੀ ਹੈ। ਅੱਜ ਦੀ ਡੇਟ 'ਚ ਬੱਚਾ ਜਾਣਦਾ। ਤੇ ਇਹ ਤਾਂ ਹੈ ਨਹੀਂ ਇਕੱਲਾ ਪੰਜਾਬ ਦੇ ਵਿੱਚ ਡਰੱਗਸ ਨੇ, ਪਰ ਕਿਵੇਂ ਪੈਨੀਟਰੇਟ ਕਰਕੇ ਕਿੱਥੇ ਪਹੁੰਚ ਗਏ, ਕਿਵੇਂ ਆ। ਇਹ ਅਸੀਂ ਸੋਚਦੇ ਹਾਂ ਸਾਰੀਆਂ ਵੱਖ ਗੱਲਾਂ ਨੇ, ਅਸਲ 'ਚ ਗੱਲ ਇੱਕ ਹੀ ਹੈ। ਸਾਰਾ ਕੁਝ ਆ ਕੇ ਰੁਕਦਾ ਸਿਸਟਮ ਤੇ ਆ, ਆਰਗੇਨਾਈਜ਼ਡ ਕ੍ਰਾਈਮ ਤੇ ਆਪਾਂ ਕਹਿ ਲਈ ਵੀ ਜਿਹੜਾ ਜਿਹਦੇ ਵਿੱਚ ਤੰਤਰ ਵੀ ਰਲਿਆ ਹੁੰਦਾ ਤੇ ਜੁਰਮ ਕਰਨ ਵਾਲੇ ਵੀ ਰਲੇ ਹੁੰਦੇ, ਪੈਸਾ ਸਾਰੇ ਪਾਸੇ ਚੱਲਦਾ ਹੁੰਦਾ, ਇਸੇ ਕਰਕੇ ਕੋਈ ਬੋਲਦਾ ਨਹੀਂ। ਹਾਂਜੀ ਬੇਸ਼ੱਕ। ਬਹੁਤ ਸ਼ੁਕਰੀਆ ਗੁਰਮੋਹਨ, ਤੁਸੀਂ ਕਿਉਂਕਿ ਬੜੇ ਵਿਭਾਗ ਢੰਗ ਨਾਲ ਬਹੁਤ ਸਾਰੇ ਮਸਲੇ ਤੇ ਗੱਲ ਹੋਈ ਆਪਣੀ, ਤੇ ਬੜੀਆਂ ਸਾਰੀਆਂ ਚੀਜ਼ਾਂ ਹੱਲ ਦੀ ਆਪਣੀ ਰਹਿ ਗਈ। ਹੱਲ ਦਾ ਇੱਕ ਸਿਸਟਮ ਹੈ, ਕਿਉਂਕਿ ਕਿਸਾਨੀ ਮੋਰਚੇ ਦਾ ਮੇਰਾ ਇੱਕ ਤਜਰਬਾ ਆ। ਇਸ ਵਾਰੀ ਸਾਨੂੰ ਜਦੋਂ ਟੇਬਲ ਟਾਕਸ ਚਾਹੀਦੀਆਂ, ਉਹ ਟਰਾਂਸਪੇਰੈਂਟ ਚਾਹੀਦੀਆਂ ਨੇ। ਪਾਰਲੀਮੈਂਟ ਦੇ ਵਿੱਚ ਜੋ ਕੁਝ ਹੁੰਦਾ ਆ, ਲੋਕ ਸਭਾ TV ਤੇ, ਰਾਜ ਸਭਾ TV ਤੇ ਦਿਖਾਇਆ ਜਾਂਦਾ। ਔਰ ਦੂਜੀ ਗੱਲ ਇਹ ਵੀ ਹੈ, ਹੁਣ ਜੇ ਮੈਂ ਬਾਪੂ ਜੀ ਨਾਲ ਗੱਲ ਕਰ ਰਿਹਾ ਸੀ ਅੰਦਰ, ਹਾਂਜੀ, ਕੁਝ ਸਾਡੇ ਬੰਦੇ ਜੋ ਹੁਣ ਬਾਹਰ ਆ ਰਿਹਾ ਮੋਰਚੇ ਦੀ ਵਾਰੀ, ਉਹ ਕਹਿੰਦੇ ਆ ਕਿ ਸਾਡਾ ਸੰਬੰਧ ਨਹੀਂ ਹੈਗਾ। ਔਰ ਉਹ ਪੈਗ ਪੁੱਗ ਪੀਂਦੇ ਰਹੇ ਆ, ਕੁਛ ਇਹੋ ਜਿਹੀਆਂ ਚੀਜ਼ਾਂ ਵੀ ਬਾਹਰ ਆ ਰਹੀਆਂ ਨੇ ਕਿ ਅੰਦਰੋਂ ਕੁਝ ਖਰੀਦੋ ਫਰੋਤ ਵੀ ਹੋਈ ਹੈ। ਜਦੋਂ ਸਾਰਾ ਕੁਝ ਟਰਾਂਸਪੇਰੈਂਟ ਹੋਊਗਾ, ਅਸੀਂ ਔਨ ਟੇਬਲ ਬਹਿ ਕੇ ਗੱਲਾਂ ਕਰਾਂਗੇ, ਸਾਡੀ ਆਵਾਮ ਨੂੰ ਵੀ ਪਤਾ ਲੱਗੂਗਾ ਕਿ ਅੰਦਰ ਕਿਹੜਾ ਬੰਦਾ ਕੀ ਰਿਪਰੈਜ਼ੈਂਟ ਕਰ ਰਿਹਾ, ਕਿਹੜੀ ਆਈਡੀਓਲੋਜੀ ਨਾਲ ਰਿਪਰੈਜ਼ੈਂਟ ਕਰ ਰਿਹਾ। ਕਿਉਂਕਿ ਇਹਨਾਂ ਮੋਰਚਿਆਂ ਦੇ ਵਿੱਚ ਕੀ ਹੁੰਦਾ ਆ
ਜੋ ਅਸੀਂ ਦੇਖਦੇ ਹਾਂ, ਇੱਕ ਲੈਵਲ ਤੇ ਜਨਤਾ ਠੱਗਿਆ ਹੋਇਆ ਮਹਿਸੂਸ ਵੀ ਕਰਦੀ ਹੈ। ਕਿਸਾਨੀ ਮੋਰਚੇ ਤੋਂ ਅਸੀਂ ਇੱਕ ਸੇਧ ਲੈ ਸਕਦੇ ਹਾਂ ਕਿ ਕੰਮ ਕੋਈ ਹੋਰ ਕਰਦਾ, ਉਸ ਵੇਲੇ ਅਸੀਂ ਕਿਸੇ ਨੂੰ ਗੱਦਾਰ ਗਰਦਾਨ ਦਿੰਦੇ ਹਾਂ, ਤੇ ਜਦੋਂ ਸ਼ਹੀਦ ਹੋ ਜਾਂਦਾ ਫਿਰ ਉਹਦੀਆਂ ਬਰਸੀਆਂ ਮਨਾਉਂਦੇ ਆ। ਮਤਲਬ ਜਿਉਂਦਿਆਂ ਦੀ ਕਦਰ ਨਹੀਂ ਕਰਦੇ ਤੇ ਮੁਰਦਿਆਂ ਨੂੰ ਮਹਾਨ ਬਣਾਈ ਜਾਂਦੇ ਆ। ਤੇ ਉਹ ਜਿਉਂਦਿਆਂ ਦੀ ਕਦਰ ਕਰ ਲਈਏ, ਜਿਨ੍ਹਾਂ ਦੇ ਕੋਲ ਗ੍ਰੇ ਮੈਟਰ ਹੈਗਾ ਪੰਜਾਬ ਦੇ ਵਿੱਚ, ਜਿਹੜਾ ਲੜਨਾ ਚਾਹੁੰਦੇ ਆ, ਜਿਨ੍ਹਾਂ ਕੋਲ ਕੈਪੇਬਿਲਿਟੀ ਆ, ਜਿਹੜੇ ਟੇਬਲ ਤੇ ਬਹਿਣ ਦੀ ਸਮਰੱਥਾ ਰੱਖਦੇ ਆ, ਤੇ ਇੰਨੀ ਕੀ ਗੱਲ ਹੈ ਜੀ। ਬੇਸ਼ੱਕ ਸਾਨੂੰ ਐਡਵੋਕੇਟ ਗੁਰਮੋਹਨਪ੍ਰੀਤ ਸਿੰਘ ਜਿਨ੍ਹਾਂ ਦੇ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹ ਕਿਸ ਨਜ਼ਰੀਏ ਨਾਲ ਇਸ ਪੂਰੇ ਮਸਲੇ ਨੂੰ ਸਮਝਦੇ ਨੇ, ਕਿਉਂਕਿ ਵਕਾਲਤ ਦੇ ਤੌਰ ਤੇ ਬੜੀਆਂ ਚੀਜ਼ਾਂ ਨਜ਼ਦੀਕ ਤੋਂ ਦੇਖੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਭੇਦ ਹੁੰਦੀਆਂ ਨੇ ਜਿਹੜੀਆਂ ਆਮ ਲੋਕਾਂ ਤੱਕ ਨਹੀਂ ਪਹੁੰਚਦੀਆਂ। ਤਾਂ ਬਰੀਕੀ ਦੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪੇਜ ਕਿੱਥੇ ਅੜੇ ਨੇ, ਕੌਣ ਕੀ ਕਰ ਰਿਹਾ ਹੈਗਾ, ਤਾਂ ਬੜੀਆਂ ਚੀਜ਼ਾਂ ਸਮਝਣ ਵਾਲੀਆਂ। ਤੁਸੀਂ ਇਸ ਤੋਂ ਕੀ ਸਮਝਿਆ, ਕੀ ਤੁਹਾਡੇ ਜ਼ਿਹਨ ਦੇ ਵਿੱਚ ਹੈਗਾ ਕਿ ਆਖਰਕਾਰ ਕਿਉਂ ਨਹੀਂ ਰਿਹਾਈ ਹੋ ਰਹੀ, ਕਿਉਂ ਮਸਲੇ ਅੜੇ ਹੋਏ ਨੇ, ਤਾਂ ਤੁਸੀਂ ਆਪਣੀਆਂ ਟਿੱਪਣੀਆਂ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਫਿਲਹਾਲ ਤੁਹਾਡੇ ਤੋਂ ਆਗੇ ਰਹਿਣੀ ਹੈ। ਬਹੁਤ ਬਹੁਤ ਧੰਨਵਾਦ।